ਨਿਰਮਲ ਨਿੰਮਾ ਲੰਗਾ ਦਾ ਨਾਵਲ ਜਾਤ ਕੁਜਾਤ ਕਾਂਡ 20ਵਾਂ। ਦਮੋ ਨੇ ਨਾਟਕ ਹੀ ਕੀਤਾ ਸੱਸੀ ਦੇ ਰਿਸ਼ਤੇ ਬਾਰੇ ਖੁਸ਼ ਹੋਣ ਦਾ। ਇੱਕ ਵੱਡਾ ਖਤਰਾ ਪਲ ਰਿਹਾ ਹੁੰਦਾ ਦਿਲ 'ਚ ਚਿਰਾਂ ਤੋਂ, ਖਤਰਨਾਕ ਵਹਿਮ, ਡਰ ਤੇ ਗੰਭੀਰ ਸਹਿਮ। ਸੱਸੀ ਦੇ ਜਵਾਨ ਹੋਣ ਤੋਂ ਪਹਿਲਾਂ ਦਾ ਇੱਕ ਅਦਿੱਖ ਖੌਫ ਹੁੰਦਾ ਗਿਆ, ਸੰਘਣਾ ਤੇ ਗਹਿਰਾ। ਚੜ੍ਹਦੀ ਰਹੀ ਹੁੰਦੀ ਸੋਚਾਂ ਦੀ ਬਲੀ, ਰਾਤਾਂ ਦੀ ਨੀਂਦ, ਉਹਦੀ ਕਲਪਨਾ ਦੇ ਆਕਾਸ਼ 'ਚ ਬੇਵਿਸ਼ਵਾਸੀ ਦੇ ਬੱਦਲ ਗਰਜਦੇ ਰਹੇ ਹੁੰਦੇ ਸੱਸੀ ਦੇ ਜੰਮਣ ਵੇਲੇ ਤੋਂ ਹੀ। ਦਮੋ ਨੂੰ ਪਤਾ ਸੀ ਕਿ ਜਿਨ੍ਹਾਂ ਪੱਤਣਾਂ ਤੇ ਖਲੋ ਕੇ ਕਰਨ ਤੇ ਸੱਸੀ ਨੇ ਸੁਣਨਾ ਸੀ ਸੰਗੀਤ ਅਥਰੀਆਂ ਛੱਲਾਂ ਦਾ, ਬਰਬਾਦ ਹੋ ਚੁੱਕੇ ਸਨ ਉਹਨਾਂ ਦੇ ਕੰਢੇ। ਉਹਨਾਂ ਵੱਲੋਂ ਭਵਿੱਖ ਦੇ ਲਏ ਹੁਸੀਨ ਸੁਪਨਿਆਂ ਦਾ ਮਹਿਲ ਜਾਤੀਵਾਦ ਦੇ ਡੋਬੂ ਪਾਣੀਆਂ 'ਚ ਹੋ ਜਾਣਾ ਸੀ ਗਰਕ। ਉਹ ਡੂੰਘਾ ਸੋਚਦੀ, ਹੱਡੀ ਹੰਢਾਏ ਸੱਚ ਨੂੰ ਘੋਖਦੀ, ਪੇਂਡੂ ਸਮਾਜ ਤੇ ਭਾਈਚਾਰੇ ਦੀਆਂ ਜੜ੍ਹਾਂ 'ਚ ਵੇਖਦੀ, ਰੀਤੀ ਰਿਵਾਜ਼ਾਂ ਦੀ ਕਰਦੀ ਚੀਰ ਫਾੜ। ਆਪਣੇ ਤਜਰਬੇ ਦੇ ਔਜ਼ਾਰਾਂ ਨਾਲ ਵੇਖ ਕੇ ਬਦਲਦੇ ਜ਼ਮਾਨੇ ਦੇ ਰੰਗਾਂ ਨੂੰ ਉਹ ਕੰਬ ਜਾਂਦੀ, ਸਿਰ ਸੁੱਟ ਜਾਂਦੀ ਹਕੀਕਤ ਸਾਹਮਣੇ। ਕਦੇ ਕੱਲੀ ਬੈਠੀ ਸੋਚਦੀ, ਰਿਸ਼ਤਾ ਕਰਨ ਵੇਲੇ ਵੀ ਨੁਕਸ ਬਿੰਨੀਆਂ ਕਰਦੇ ਨੇ ਜੱਟ, ਪੋਤੜੇ ਫੋਲਦੇ ਨੇ ਕਈ ਪੀੜ੍ਹੀਆਂ ਦੇ, ਕੰਨੂਆਂ ਕੱਢਦੇ ਨੇ ਸੰਬੰਧਿਤ ਰਿਸ਼ਤਿਆਂ ਦੀਆਂ, ਪੁੱਟਦੇ ਨੇ ਨੀਹਾਂ ਸ਼ੱਕ ਦੀ ਗਿਣਤੀ ਨਾਲ। ਰਤੀ ਕੋਈ ਰੜਕ ਦਿਸੇ, ਸ਼ੱਕ ਪਵੇ, ਤਮਾਮ ਰਿਸ਼ਤੇ ਖਤਮ। ਜਿਸ ਕੁੜੀ ਦੀ ਕੁਆਰੀ ਮਾਂ ਨੇ ਪਿੰਡ ਦੇ ਆਸ਼ਕ ਦਾ ਜੰਮਿਆ ਹੋਵੇ ਮੁੰਡਾ, ਆਪਣੇ ਪਿੰਡ 'ਚ ਜਾਤ ਦਾ ਵੀ ਹੋਵੇ ਵੱਡਾ ਪਾੜਾ, ਸਹੁਰੇ ਤੇ ਪੇਕੇ ਹੋਣ ਇੱਕ ਹੀ ਪਿੰਡ, ਐਸੀ ਮਾਂ ਦੀ ਧੀ ਦਾ ਰਿਸ਼ਤਾ ਜੱਟਾਂ ਦੇ ਘਰ, ਬੜੀ ਅਨੋਖੀ ਤੇ ਅਲੋਕਾਰ ਗੱਲ ਹੋ ਜਾਊ। ਸੱਚ ਮੰਨਣ ਦੀ ਕੋਸ਼ਿਸ਼ ਕਰਦੀ, ਕਚੀਚੀ ਵੱਟ ਕੇ ਅੱਖਾਂ ਮੀਟ ਕੇ, ਪਰ ਟਿਕਣ ਨਾ ਦਿੰਦੀ ਸਮਾਜਿਕ ਸੰਸਕਾਰਾਂ ਦੀ ਡੈਣ ਧੁਰ ਅੰਦਰੋਂ। ਆਉਂਦਾ ਨਾ ਚੈਨ, ਮਿਲਦੀ ਨਾ ਸ਼ਾਂਤੀ, ਰੂਹ ਕੰਬਦੀ, ਦਿਲ ਡੋਲਦਾ। ਕਰਨ ਦੇ ਘਰੋਂ ਜਦੋਂ ਆਇਆ ਨਾ ਕੋਈ ਵੀ, ਰੇਖਾ ਨੇ ਮਜਬੂਰ ਕੀਤਾ ਕਰਨ ਨੂੰ, ਪਾਇਆ ਪ੍ਰੈਸ਼ਰ। ਆਖਿਆ ਗਵਾ ਕੇ ਮੌਕਾ, ਰੋਂਦਾ ਫਿਰੇਂਗਾ ਸਾਰੀ ਉਮਰ। ਕਰਨ ਨੇ ਗੱਲ ਕੀਤੀ ਘਰ ਲਾ ਕੇ ਮੁਖੌਟਾ ਸ਼ਰਮ ਦਾ, ਦਸਤੀ ਕਹਾਣੀ ਪਿਆਰ ਦੀ। ਆਖਿਆ ਸੱਸੀ ਦੀ ਚੋਣ ਮੇਰੀ ਪੱਕੀ ਤੇ ਆਖਰੀ ਪਸੰਦੇ, ਉਸ ਬਗੈਰ ਹੋਰ ਕਿਧਰੇ ਵਿਆਹ ਨਹੀਂ ਕਰੇਗਾ। ਸੁਣ ਕੇ ਮਾਂ-ਬਾਪ ਬੋਲੇ ਨਹੀਂ, ਕਰਨ ਤੋਂ ਚੋਰੀ ਉਹਨਾਂ ਪਤਾ ਕਰ ਲਿਆ ਹੋਇਆ ਕੁੜੀ ਦੀ ਖਾਨਦਾਨੀ ਬਾਰੇ। ਚੁੱਪਚਾਪ ਪ੍ਰਬੰਧ ਕੀਤਾ ਲਾਗਣ ਦਾ। ਆਪਣਾ ਇੱਕੋ ਇੱਕ ਮੁੰਡਾ, ਚਾਹੁੰਦੇ ਨਹੀਂ ਵਿਆਹੁਣਾ ਐਸੀ ਕੁੜੀ ਨਾਲ ਜਿਹਦੀ ਮਾਂ ਗੈਰ ਜਾਤੀ ਦੀ ਹੋਵੇ। ਇੱਕ ਦਿਨ ਢਲੀ ਦੁਪਹਿਰ ਵੇਲੇ ਦਮੋ ਕੋਠੀ 'ਚ ਬੈਠੀ ਨਿੰਮ ਦੀ ਛਾਂ ਹੇਠ ਬਾਹਰੋਂ ਕਿਸੇ ਬੈਲ ਦਬਾਈ, ਫਿਰ ਛੋਟਾ ਪੱਲਾ ਖੁੱਲ੍ਹਾ, ਇੱਕ ਤੀਵੀਂ ਅੰਦਰ ਆਈ, ਅਧਖੜ ਤੇ ਮੋਟੀ ਜੀ, ਰੰਗ ਕਾਲਾ, ਤੋਰ ਟੇਢੀ, ਦੱਸਿਆ ਬਲੱਗਣਾ ਤੋਂ ਆਈਆਂ ਲਾਗਣ। ਦਮੋ ਨੇ ਠੰਡਾ ਪਿਆਇਆ, ਫਿਰ ਜਾ ਬੈਠੀਆਂ ਕਾਮਨ ਰੂਮ 'ਚ ਸਰਸਰੀ ਗੱਲਾਂ ਹੋਈਆਂ, ਕੁਝ ਪਲ ਰਹੀਆਂ ਤਾੜਦੀਆਂ ਇੱਕ ਦੂਜੀ ਨੂੰ। ਕਲੇਜਾ ਧੜਕੀ ਜਾਵੇ ਦਮੋ ਦਾ। ਉਹਨਾਂ ਲਾਗਣ ਕਿਉਂ ਭੇਜੀ, ਆਪ ਕਿਉਂ ਨਾ ਆਏ? ਕਿਸੇ ਡੂੰਘੇ ਸ਼ੱਕ ਨੇ ਮਾਰਿਆ ਫੁੰਕਾਰਾ ਸੱਪ ਵਾਂਗ, ਕੁਝ ਮਾੜਾ ਵਾਪਰ ਜਾਣ ਦਾ ਅਹਿਸਾਸ ਹੋਇਆ। ਆਖਰ ਤਾੜ ਕੇ ਚਾਰ ਚੁਫੇਰਾ ਬੜਾ ਬਣਾ ਸਵਾਰ ਕੇ ਉਹ ਗੋ ਜਿਹੀ ਤੀਵੀਂ ਲੱਗੀ ਕਹਿਣ ਮਠਾਰ ਕੇ, ਭੈਣ ਮੈਨੂੰ ਭੇਜਿਆ ਕਰਨ ਦੇ ਪਿਓ ਨੇ, ਸੁਨੇਹਾ ਇੱਕ ਬੜਾ ਜ਼ਰੂਰੀ, ਦੱਸਦਿਆਂ ਆਉਂਦੀ ਹੈ ਸ਼ਰਮ, ਗੁੱਸਾ ਨਾ ਕਰੀ। ਬੱਦੀ ਰੁੱਦੀ ਆਈਆਂ। ਉਹਨਾਂ ਕਿਹਾ ਕੁੜੀ ਮਾਸ਼ੀ ਮਾਂ ਦੀ ਧੀ ਏ, ਅਸੀਂ ਨਹੀਂ ਕਰਨਾ ਇਹ ਰਿਸ਼ਤਾ, ਸਾਡਾ ਤਾਂ ਖਾਨਦਾਨ ਹੋ ਜੂ ਬਦਨਾਮ। ਕੋਰਾ ਜਵਾਬ ਸਾਡੇ ਵੱਲੋਂ। ਉਹ ਤੀਵੀਂ ਝਟਕੇ ਨਾਲ ਉੱਠੀ ਚਲੀ ਗਈ, ਕਾਹਲੀ ਨਾਲ, ਜਿਵੇਂ ਉੱਥੇ ਬੰਬਾਰੀ ਹੋਣ ਵਾਲੀ ਹੋਵੇ। ਲਾਗਣ ਦੇ ਬੋਲ ਬਣ ਗਏ ਭਾਂਬੜ ਬਰੂਦਾਂ ਵਿੱਚ ਲੱਗੇ ਤੜਫਣ ਦਮੋ ਦੇ ਅਰਮਾਨ ਤੇ ਚਾਹ। ਉਂਝ ਤਿਆਰ ਹੁੰਦੀ ਉਹ ਪਹਿਲਾਂ ਹੀ ਐਸਾ ਸੁਨੇਹਾ ਸੁਣਨ ਲਈ। ਸ਼ਬਦ ਮਾਸ਼ੀ ਦੀ ਧੀ ਬਣ ਕੇ ਜ਼ਹਿਰੀਲੀ ਬਰਛੀ ਵਸ ਗਈ ਡੂੰਘੇ ਦਿਲ 'ਚ। ਉਹ ਸਹਿਮੀ ਜੀ ਉੱਠੀ, ਪੁੱਟਿਆ ਨਾ ਗਿਆ ਪੈਰ ਵੀ, ਡਿੱਗ ਪਈ ਸਫਾੜ ਨੇੜੇ ਪਏ ਬੈੱਡ ਤੇ। ਆਈ ਲਾਗਣ ਕਰ ਗਈ ਜਿਵੇਂ ਐਲਾਨ ਉਹਦੀ ਮੌਤ ਦਾ, ਘਰ ਦੀ ਬਦਨਾਮੀ ਦਾ, ਬਰਬਾਦੀ ਤੇ ਭੰਡੀ ਦਾ। ਯਾਦ ਆਏ ਦਮੋ ਨੂੰ ਤਮਾਮ ਉਹ ਮੌਕੇ ਤੇ ਸ਼ਗਨ ਵਿਹਾਰ, ਜਦੋਂ ਸ਼ਰੀਕਾਂ ਨੇ ਬਣਦਾ ਮਾਣ ਤਾਣ ਨਾ ਦਿੱਤਾ ਉਹਨੂੰ ਮਾਸ਼ੀ ਹੋਣ ਕਰਕੇ। ਆਈ ਜਦੋਂ ਸੁੱਚੇ ਨਾਲ ਪਿੰਡ ਘਰੋਂ ਕੱਢ ਦਿੱਤਾ ਉਹਨਾਂ ਨੂੰ ਸੁੱਚੇ ਦੇ ਮਾਪਿਆਂ ਨੇ ਅਖੇ ਵੱਸ ਨਹੀਂ ਸਕਦੀ ਮਾਸ਼ੀ ਘਰ ਜੱਟਾਂ ਦੇ। ਪਿੰਡ ਨੇ ਕੀਤਾ ਬਾਈਕਾਟ, ਅਖੇ ਕਰ ਨਹੀਂ ਸਕਦੀ ਕੁੜੀ ਵਿਆਹ ਪਿੰਡ ਦੇ ਮੁੰਡੇ ਨਾਲ। ਸਭ ਤੋਂ ਵੱਧ ਪੀੜ ਹੋਈ ਜੱਟਾਂ ਨੂੰ, ਸਾਨੂੰ ਛੇਕ ਦਿੱਤਾ ਗਿਆ ਬਰਾਦਰੀ 'ਚੋਂ। ਉਦੋਂ ਪੈਸਾ ਨਹੀਂ ਨਾ ਹੁੰਦਾ ਸਾਡੇ ਕੋਲ, ਜਦੋਂ ਆ ਗਿਆ ਪੈਸਾ ਪਾਸਾ ਹੀ ਪਲਟ ਗਿਆ। ਆ ਗਏ ਸਾਰੇ ਨੇੜੇ ਜਾਂਦਾ ਰਿਹਾ ਬੇਗਾਨਾਪਣ, ਪਰ ਵਕਤੀ ਤੌਰ ਤੇ। ਮਰਿਆ ਨਾ ਰੂਹਾਂ 'ਚੋਂ ਕੀੜਾ ਜਾਤੀਵਾਦ ਦਾ। 20 ਜੱਟੀਆਂ ਆਈਆਂ, 20 ਜੱਟੀਆਂ ਹੁਣ ਆਉਂਦੀਆਂ ਪੈਸੇ ਲੈਣ ਮੇਰੇ ਤੋਂ, ਤਰਲੇ ਮਿੰਨਤਾਂ ਵੱਖ ਕਰਦੀਆਂ। ਉਂਝ ਜਾਂਦਾ ਨਹੀਂ ਈਰਖਾ ਸਾੜਾ ਜਾਤ ਦਾ ਜਿੰਨ, ਇਹਨਾਂ ਦੇ ਖਮੀਰ 'ਚੋਂ, ਹੱਡਾਂ 'ਚੋਂ, ਦਿਲ ਤੇ ਦਿਮਾਗ 'ਚੋਂ। ਉਮਰ ਦੇ ਆ ਕੇ ਇਸ ਪੜਾਅ ਤੇ ਵੀ ਲੋਕ ਕਰਨਗੇ ਇੰਨੀ ਨਫ਼ਰਤ, ਪਿੰਡ ਦੇ ਮੁੰਡੇ ਕੁੜੀ ਨੂੰ ਰੋਲਣਗੇ ਗੈਰਾਂ ਦੁਸ਼ਮਣਾਂ ਵਾਂਗ, ਵੇਖ ਨਾ ਸਕਣਗੇ ਖੁਸ਼ੀ ਵਸਦਿਆਂ ਨੂੰ। ਕਦੇ ਸੋਚਿਆ ਨਹੀਂ ਹੁੰਦਾ ਇੱਥੋਂ ਤੱਕ।
ਸੁੱਚੇ ਦੀ ਜ਼ਰੂਰ ਕਰਦੇ ਨੇ ਇੱਜ਼ਤ, ਇਹ ਮਰਦ ਕਰਕੇ ਹੁੰਦੀ ਹੋਊ ਜਾਂ ਜੱਟ ਕਰਕੇ, ਇਹ ਤਾਂ ਪੂਰਾ ਪਤਾ ਨਹੀਂ। ਔਖੇ ਜ਼ਰੂਰ ਬੜੇ ਨੇ ਅੰਦਰੋਂ। ਅਸੀਂ ਹੱਸਦਾ ਵਸਦਾ ਜੋੜਾ ਸੀ, ਰਾਸ ਨਹੀਂ ਆਇਆ ਸਮਾਜ ਨੂੰ। ਜੇ ਭਲਾ ਮੈਂ ਹੁੰਦੀ ਕੁੜੀ ਜੱਟਾਂ ਦੀ, ਸੁੱਚਾ ਹੁੰਦਾ ਮੁੰਡਾ ਮਾਸ਼ਿਆਂ ਦਾ, ਫੇਰ ਵੀ ਰਹਿ ਸਕਦੇ ਵਿਆਹ ਕਰਵਾ ਕੇ ਪਾਰੋਵਾਲ? ਕਦੇ ਨਹੀਂ। ਸੁੱਚੇ ਦਾ ਕਤਲ ਵਸ਼ ਹੁੰਦਾ। ਜਾਤੀਵਾਦ ਤਾਂ ਸਮਾਜ ਦੇ ਮਹਿਲ ਦੀ ਕੰਧ ਚੁੱਗਾ ਰੁੱਖੇ ਪਿੱਪਲ ਦਾ, ਜੋ ਗਰਕ ਕਰ ਦਿੰਦਾ ਵੱਡੇ ਵੱਡੇ ਮਹਿਲਾਂ ਨੂੰ। ਮੈਂ ਜਾਣਨੀ ਹਾਂ ਜੱਟੀਆਂ ਨੂੰ ਵੀ ਚੰਗੀ ਤਰ੍ਹਾਂ, ਕਈ ਤਾਂ ਨਹਾਉਂਦੀਆਂ ਵੀ ਹਫ਼ਤੇ ਪਿੱਛੋਂ ਨੇ। ਮੂੰਹਾਂ 'ਚੋਂ ਆਉਂਦੀ ਬਦਬੂ ਦਾਤਣ ਨਾਲ ਬੁਰਸ਼ ਕਰਦੀਆਂ, ਖਸਮ ਲੈ ਕੇ ਕਰਜ਼ਾ ਪੈਲੀਆਂ ਤੇ ਕੋਠੀਆਂ ਪਾਉਂਦੇ, ਟੌਰ ਬਣਾਉਂਦੇ ਫਿਰਦੇ ਫੋਕਾ। ਫਿਰ ਅੱਗੇ ਸੋਚਦੀ ਪਈ, ਜੋ ਕੁੜੀਆਂ ਜੱਟਾਂ ਦੀਆਂ ਉੱਧਲ ਜਾਂਦੀਆਂ ਨਾਈਆਂ ਛਿੰਬਿਆਂ ਮਜਬੀਆਂ ਤੇ ਭਈਆਂ ਨਾਲ, ਉਹ ਵੀ ਤਾਂ ਕਿਤੇ ਵਸਦੀਆਂ ਹੀ ਹੋਣਗੀਆਂ। ਕਿ ਉਹਨਾਂ ਨੂੰ ਵੀ ਪੈਂਦਾ ਹੋਊ ਮਰਨਾ ਮੇਰੇ ਵਾਂਗ ਰੋਜ਼ਾਨਾ ਕਈ ਵਾਰ? ਤੇ ਜਿਹੜੇ ਜੱਟਾਂ ਮੁੱਲ ਲਿਆ ਕੇ ਘਰੀ ਵਸਾਈਆਂ ਬਿਹਾਰਨਾ ਬੰਗਾਲਣਾ ਤੇ ਮਜਬਣਾ, ਉਹਨਾਂ ਨਾਲ ਜੱਟ ਕੀ ਸਲੂਕ ਕਰਦੇ ਹੋਣਗੇ? ਅਖੇ ਅਸੀਂ ਸਿੱਖ ਹੁੰਨੇ ਆ। ਗੁਰੂ ਨੇ ਤਾਂ ਨਾਈਆਂ ਛਿੰਬਿਆਂ ਕਹਾਰਾਂ ਤੋਂ ਬਣਾਏ ਸੀ ਸਿੱਖ। ਇਹ ਸਿੱਖ ਨਹੀਂ, ਕੋਈ ਹੋਰ ਹੀ ਸ਼ੈ ਨੇ, ਨਕਲੀ ਤੇ ਬਨੌਟੀ ਜੇ। ਗਲ ਡੁੱਬੇ ਜਾਤਾਂ ਦੇ ਚਿੱਕੜ 'ਚ। ਗੱਲ ਤਾਂ ਨਿਬੇੜਤੀ ਸਾਰੀ ਬਾਬੇ ਨਾਨਕ ਨੇ। ਮਰਦਾਨਾ ਸੀ ਮੁਸਲਮਾਨ, ਗਏ ਉਦਾਸੀਆਂ ਤੇ ਇਕੱਠਾ ਭੋਜਨ ਬਣਾ ਕੇ ਛਕਦੇ ਹੋਣਗੇ। ਮਤਲਬ ਉਹਨਾਂ ਭੰਡਿਆ ਜਾਤਾਂ ਨੂੰ ਤੇ ਸਾਡੇ ਵਾਲੇ ਹੁਣ ਦੇ ਲੀਡਰ ਕੱਖ ਨਹੀਂ ਸਮਝ ਸਕੇ ਬਾਬੇ ਨਾਨਕ ਤੋਂ। ਕਈ ਸਾਲ ਧਿਆਨ ਨਾ ਦਿੱਤਾ ਦਮੂ ਨੇ, ਪਰ ਸਮੇਂ ਨਾਲ ਮਹਿਸੂਸ ਹੋਣ ਲੱਗਾ। ਆਪਸੀ ਮੇਲ ਜੋਲ ਤੇ ਵਰਤੋਂ ਵਿਹਾਰ ਤੋਂ ਸਪਸ਼ਟ ਹੁੰਦਾ ਜੱਟੀਆਂ ਉਹ ਤੋਂ ਕੰਨੀ ਕਤਰਾਉਂਦੀਆਂ, ਨੇੜੇ ਹੋਣੋਂ ਡਰਦੀਆਂ, ਝਿਜਕਦੀਆਂ। ਇਹ ਵਿਤਕਰਾ ਹੋਰ ਵੀ ਸਪਸ਼ਟ ਦਿਸਦਾ ਜਦੋਂ ਕੋਈ ਵਿਆਹ ਮੰਗਣਾ ਹੁੰਦਾ, ਕੋਈ ਤਿਥਵਾਰ ਹੁੰਦਾ। ਬੇਝਿਜਕ ਹੋ ਕੇ ਗੱਡ ਦਿੰਦੇ ਮਾਸ਼ੀ ਹੋਣ ਦਾ ਖੰਜਰ ਉਹਦੇ ਦਿਲ 'ਚ। ਕੋਹ ਸੁੱਟਦੇ ਜਾਤ ਦੀ ਤਲਵਾਰ ਨਾਲ। ਉਹ ਤੜਫਦੀ, ਪਛਤਾਉਂਦੀ, ਝੂਰਦੀ ਉਸ ਵੇਲੇ ਨੂੰ ਜਦੋਂ ਮੋਹ ਪਾ ਬੈਠੀ ਸੁੱਚੇ ਨਾਲ। ਇਹਨਾਂ ਦੀ ਔਲਾਦ ਅੱਗੋਂ ਜ਼ਰੂਰ ਅਗਾਂਹ ਵਧੂ ਹੈਗੀ। ਮੇਰੀ ਸੱਸੀ ਵਰਗੀ ਇੱਕ ਕੁੜੀ ਨਹੀਂ ਹੋਣੀ ਸਾਰੇ ਪਿੰਡ 'ਚ। ਸੱਸੀ ਦੇ ਪੈਰਾਂ ਵਰਗੀ ਸੂਰਤ ਨਹੀਂ ਕਿਸੇ ਜੱਟੀ ਦੀ। ਇਹਨਾਂ ਦੀਆਂ ਸ਼ਹਿਰੀ ਜਾ ਕੇ ਪੇਸ਼ਾ ਕਰਦੀਆਂ ਫਿਰਦੀਆਂ ਕਿ ਨੌਕਰੀ ਕਰਦੀ ਹੈ ਸਾਡੀ ਕੁੜੀ। ਹੋਟਲਾਂ 'ਚ ਸੌਂਦੀਆਂ ਭਈਆਂ ਚਮਾਰਾਂ ਦੇ ਮੁੰਡਿਆਂ ਨਾਲ। ਉਦੋਂ ਕਿੱਥੇ ਜਾਂਦੀ ਹੈ ਇਹਨਾਂ ਦੇ ਜੱਟਵਾਦ ਦੀ ਹੈਂਕੜ? ਇਹਨਾਂ ਲੋਕਾਂ ਦੀਆਂ ਨਜ਼ਰਾਂ 'ਚ ਸਟੀਲ ਵਾਂਗ ਜੰਮ ਗਿਆ ਹੋਇਆ ਧਰਮ ਦਾ ਜਨੂਨ, ਜਾਤ ਪਾਤ ਦਾ ਵਿਤਕਰਾ, ਉੱਚ ਨੀਚ ਦਾ ਭੇਦਭਾਵ। ਫਿਰ ਹੋਰ ਵੀ ਹੁੰਦੀ ਫਿਕਰਮੰਦ, ਗੁੱਸਾ ਚੜ੍ਹਦਾ, ਖਿਝ ਆਉਂਦੀ, ਭਵਿੱਖੀ ਖਤਰੇ ਦੀ ਘੰਟੀ ਸੁਣਦੀ। ਕੀ ਸਾਡੀ ਗਲਤੀ ਦੀ ਸਜ਼ਾ ਭੁਗਤਣਗੇ ਸਾਡਾ ਮੁੰਡਾ ਕੁੜੀ? ਤੇ ਜੇ ਮੈਂ ਵਿਆਹੀ ਹੁੰਦੀ ਕਿਸੇ ਹੋਰ ਜਾਤ ਵਿੱਚ, ਕਦੇ ਇੰਨਾ ਵਿਰੋਧ ਨਾ ਹੁੰਦਾ। ਅੱਜ ਜਿੰਨੀ ਲਾਚਾਰੀ ਤੇ ਮਜਬੂਰੀ ਕਦੇ ਨਾ ਪੈਂਦੀ ਭੋਗਣੀ। ਪਿਛਲੇ ਕੁਝ ਸਮੇਂ ਤੋਂ ਉਹਨੂੰ ਤਿੱਖਾ ਅਹਿਸਾਸ ਹੁੰਦਾ ਸੁੱਚੇ ਵਿੱਚ ਵੀ ਪੁੰਗਰ ਰਿਹਾ ਇਹ ਜੱਟਵਾਦ, ਜਗੀਰੂ ਸੋਚ। ਯਾਦ ਕਰਦੀ ਸੁੱਚਾ ਲੜਦਾ ਵੀ ਰਿਹਾ ਨਜਾਇਜ਼ ਉਸ ਨਾਲ। ਕੋਈ ਠੋਸ ਕਾਰਨ ਨਹੀਂ, ਗਲਤੀ ਨਹੀਂ, ਸਬੱਬ ਨਹੀਂ, ਬਸ ਜਿਵੇਂ ਬਹਾਨਾ ਭਾਲਦਾ ਹੋਵੇ ਲੜਨ ਦਾ। ਕੋਸ਼ਿਸ਼ ਕਰਦਾ ਦੂਰ ਰਹਿਣ ਦੀ। ਦਮੋਂ ਦਾ ਦਿਲ ਕਰਦਾ ਉਸ ਸੁੱਚੇ ਨਾਲੋਂ ਖੋਲ ਦੇਵੇ ਪਿਆਰ ਦੀਆਂ ਤਣੀਆਂ, ਕਰ ਦੇਵੇ ਵੱਟ ਟੁੱਕ। ਸੋਚਾ ਤਾਂ ਕਦੋਂ ਦਾ ਇਹਨਾਂ ਨੂੰ ਕਰ ਚੁੱਕਾ ਸੀ ਲੰਗਾਰ। ਪਿਆਰ ਦਾ ਅੰਤ ਉਸ ਵਿਚਲੇ ਵਿਸ਼ਵਾਸਾਂ ਦੀ ਗੈਰ ਹਾਜ਼ਰੀ ਹੀ ਤਾਂ ਹੁੰਦਾ। ਹੁਣ ਜਦੋਂ ਬੋਲਦਾ ਗੁੱਸੇ ਨਾਲ ਦਮੋਂ ਦੇ ਕੰਨ ਹੋ ਜਾਂਦੇ ਫੱਟੜ। ਹਵਾ ਵੀ ਠਠੰਬਰ ਹੋ ਕੇ ਖਲੋ ਜਾਂਦੀ, ਸਹਿਮ ਜਾਂਦੀ। ਉਸ ਸੋਚਾਂ ਦੇ ਪਿੰਡੇ ਦੀ ਮਿੱਟੀ ਝਾੜ ਕੇ ਵੇਖਦੀ, ਪੁਰਾਣਾ ਸੁੱਚਾ ਲੋਪ ਹੁੰਦਾ। ਸੋਚ ਆਉਂਦੀ ਸੱਸੀ ਨੂੰ ਕਿਸੇ ਨਹੀਂ ਮੰਨਣਾ ਜੱਟ ਦੀ ਕੁੜੀ। ਸਾਰੇ ਦਮੋ ਮਾਸ਼ੀ ਦੀ ਧੀ ਕਹਿਣਗੇ। ਹਾਂ, ਸੀਰਤ ਨੂੰ ਸਾਰੇ ਮੰਨਣਗੇ। ਸੁੱਚੇ ਜੱਟ ਦਾ ਮੁੰਡਾ ਉਹ ਮਰਦ ਜੋ ਹੋਇਆ। ਮਰਦ ਪ੍ਰਧਾਨ ਸਮਾਜ ਹਮੇਸ਼ਾ ਜਲੀਲ ਕਰਦਾ ਆਇਆ ਔਰਤ ਨੂੰ ਯੁੱਗਾਂ ਤੋਂ। ਸੱਸੀ ਦਾ ਵਿਆਹ ਜਾਣਾ ਕਰਨ ਨਾਲ ਇੱਕ ਵੱਡਾ ਦੁਖਾਂਤ ਹੋਏਗਾ। ਉਹ ਵੀ ਪੈ ਜੂ ਮੇਰੇ ਵਾਂਗ 84 ਦੇ ਚੱਕਰ 'ਚ। ਕਦੇ ਕਬੂਲ ਨਹੀਂ ਕਰਨਗੇ ਕਰਨ ਦੇ ਮਾਪੇ, ਸਾਰਾ ਪਿੰਡ ਵੀ, ਸਮਾਜ ਵੀ। ਸੋਚਦੀ ਚੰਗਾ ਹੋਇਆ ਮੰਨੇ ਨਹੀਂ ਮਾਪੇ ਕਰਨ ਦੇ। ਪਰ ਜੇ ਉਧੜ ਗਈ ਉਸ ਨਾਲ, ਜੇ ਕਰਵਾ ਲਈ ਕੋਰਟ ਮੈਰਿਜ ਕਰਨ ਨਾਲ, ਫੇਰ ਮੈਂ ਤਾਂ ਕਰਕੇ ਹਿੰਮਤ ਲਾ ਲਏ ਪੈਰ। ਸੱਸੀ ਨੇ ਤਾਂ ਤਿਲਕ ਜਾਣਾ ਸੁੱਕਿਓ ਹੀ। ਰੂਹ ਵਾਂਗ ਤਾਂ ਨਰਮ ਏ, ਬਰਫ਼ ਵਾਂਗ ਪਿਘਲ ਜਾਣ ਵਾਲੀ ਮੁਸੀਬਤ 'ਚ। ਬੜੇ ਭਿਅੰਕਰ ਵਿਚਾਰ ਉਪਜਦੇ ਦਮੋਂ ਦੇ ਦਿਲ ਤੇ ਦਿਮਾਗ ਵਿੱਚ। ਸੀਰਤ ਬਾਰੇ ਸੋਚਦੀ ਕੁਝ ਹੋਰ ਤਰ੍ਹਾਂ, ਸ਼ਾਇਦ ਮੁੰਡਾ ਹੋਣ ਕਰਕੇ, ਪਰ ਕਦੇ ਕਦੇ ਹੋਣੀ ਉਹਦੀ ਵੀ ਲੱਗਦੀ ਸੱਸੀ ਵਰਗੀ, ਬੜੀ ਉਲਝੀ ਤੇ ਗੁੰਝਲਦਾਰ। ਸੋਚਦੀ ਸੀਰਤ ਮੁੰਡਾ ਹੈ, ਜੇ ਹੋਵੇ ਨਾ ਵਿਆਹ, ਕਰੇ ਨਾ ਕੋਈ ਰਿਸ਼ਤਾ, ਛੜਾ ਮਲੰਗ ਰਹਿ ਸਕਦਾ। ਯੂਪੀ ਬਿਹਾਰ ਤੋਂ ਮੁੱਲ ਲਿਆ ਸਕਦਾ। ਬਥੇਰੇ ਮਰਦ ਰਹਿੰਦੇ ਨੇ ਛੜੇ ਛਾਂਟ। ਹੁਣ ਤਾਂ ਵਿਆਹ ਚੰਗੇ ਭਲਿਆਂ ਦੇ ਨਹੀਂ ਹੋ ਰਹੇ। ਜ਼ਮਾਨਾ ਅਮਲੀ ਹੋਇਆ ਪਿਆ। ਪਰ ਕੁੜੀ ਦੀ ਗੱਲ ਹੋ ਰਹੀ, ਮੁੰਡੇ ਦੇ ਐਨ ਉਲਟ। ਸਮੇਂ ਸਿਰ ਵਿਆਹੀ ਨਾ ਜਾਏ, ਬੱਚਾ ਨਾ ਹੋਵੇ, ਔਂਤਰੇ ਲੋਕ ਹੀ ਨਹੀਂ ਟਿਕਣ ਦਿੰਦੇ। ਲਾਉਂਦੇ ਨੇ 20 ਇਲਜ਼ਾਮ।
ਆਖਦੇ ਬਦ ਚਲਣ ਤੇ ਖਰਾਬ, ਰੰਡੀ, ਵੇਸਵਾ ਕਹਿਣ ਤੱਕ ਜਾਂਦੇ। ਮੁੰਡੇ ਬਾਰੇ ਕੋਈ ਨਹੀਂ ਕੁਸਕਦਾ, ਨਾ ਬੋਲਦਾ, ਨਾ ਮਿਹਣੇ ਮਾਰਦਾ। ਦਮੋ ਨੇ ਹਮੇਸ਼ਾ ਸਜਾ ਕੇ ਰੱਖੇ ਸਨ ਦਿਮਾਗ 'ਚ ਵਿਭਿੰਨ ਖੁਸ਼ਬੂਆਂ ਵਾਲੇ ਫੁੱਲਾਂ ਦੇ ਗੁਲਦਸਤੇ। ਉਹ ਕਦੇ ਵੀ ਜ਼ਾਤਾਂ ਦੇ ਗੱਜ ਨਾਲ ਨਹੀਂ ਸੀ ਮਾਪਦੀ ਸਮਾਜਿਕ ਰਿਸ਼ਤਿਆਂ ਨੂੰ। ਹਰ ਰਿਸ਼ਤਾ ਉਹਦੀ ਨਜ਼ਰ 'ਚ ਪਵਿੱਤਰ ਸੀ, ਪਾਕ ਸੀ। ਉਸ ਲਈ ਇਨਸਾਨ ਹੋਣਾ ਹੀ ਆਦਮੀ ਦੀ ਹੁੰਦੀ ਵੱਡੀ ਖੂਬਸੂਰਤੀ। ਉਹਨੇ ਘਰ ਬਣਾਇਆ ਸੀ ਦਿਲ 'ਚੋਂ ਜਾਤੀ ਵਿਰੋਧ ਫਨਾਹ ਕਰਕੇ, ਜਿਹਨੂੰ ਖੰਡਰ ਬਣਾਉਣ ਲਈ ਸੁੱਚਾ ਫੜੀ ਫਿਰਦਾ ਸੀ ਜਾਤੀਵਾਦ ਦਾ ਐਟਮ ਬੰਬ। ਉਹ ਮੁਹੱਬਤ ਦੇ ਰੇਸ਼ਮੀ ਦੁਸ਼ਾਲੇ ਨੂੰ ਚੀਥੜੇ ਨਹੀਂ ਕਰਨਾ ਚਾਹੁੰਦੀ ਸੀ ਵੈਰ ਭਾਵਨਾ ਦੀ ਛੁਰੀ ਨਾਲ। ਇਹ ਵੀ ਜਾਣਦੀ ਸੀ ਬੀਤ ਗਏ ਵਿਆਹ ਸੰਬੰਧਾਂ ਨੂੰ ਭੋਗਿਆ ਨਹੀਂ ਜਾ ਸਕਦਾ ਸੁਪਨਿਆਂ 'ਚ। ਉਹ ਜਿਵੇਂ ਜਿਵੇਂ ਹਿਰਦੇ 'ਚੋਂ ਕੱਢਦੀ ਸ਼ੱਕ ਦੇ ਨਾਗ ਨੂੰ, ਤਿਵੇਂ ਤਿਵੇਂ ਹੋਰ ਫਣ ਖਿਲਾਰਦਾ, ਪਰਤ ਦਰ ਪਰਤ ਜੰਮਦਾ ਜਾਂਦਾ। ਕਦੇ ਹਿਰਖ ਕਰਦੀ, ਮੇਰੀ ਬੀਤ ਗਈ ਜ਼ਿੰਦਗੀ ਦੇ ਹੁਸੀਨ ਵਰੇ ਕੀ ਮੋੜ ਦੇਗਾ ਇਹ ਸਮਾਜ, ਇਹ ਲੋਕ। ਦਮੋ ਨੇ ਆਪਣੀ ਚੁੱਪ ਨੂੰ ਹੋਰ ਡੂੰਘਾ ਦੱਬ ਦਿੱਤਾ ਦਿਲ ਦੇ ਖੰਡਰਾਂ 'ਚ। ਕਾਂਡ 21। ਦਮੋ ਸਮਝਦੀ ਏ ਉਦੋਂ ਤੋਂ ਅਣਹੋਈ ਆਪਣੇ ਆਪ ਨੂੰ ਜਦੋਂ ਸੁੱਚੇ ਨੇ ਮਾਸ਼ੀ ਕਹਿ ਕੇ ਫਟਕਾਰਿਆ, ਦੁਰਕਾਰਿਆ, ਜ਼ਖਮੀ ਕੀਤਾ ਉਹਦੇ ਅਹਿਸਾਸ ਨੂੰ। ਮਾਂ ਦੀ ਕੁੱਖ ਨੂੰ ਭੰਡਿਆ, ਬਦਨਾਮ ਕੀਤਾ, ਮੱਛੀਓਂ ਮਾਸ ਕੀਤਾ ਉਹਦੇ ਸਵੈਮਾਨ ਨੂੰ। ਸਾਰੀ ਜਾਇਦਾਦ ਕਰਵਾ ਕੇ ਆਪਣੇ ਨਾਂ ਯਤਨ ਕੀਤਾ ਉਹਦੀ ਹੋਂਦ ਨੂੰ ਮਿਟਾਉਣ ਦਾ, ਜੱਟ ਹੋਣ ਦਾ, ਦਿੱਤਾ ਵੱਡਾ ਸਬੂਤ। ਅਸੀਂ ਲੋਕ ਹਰ ਵਕਤ ਹਰ ਪਲ ਖੁਦ ਨੂੰ ਧੋਖਾ ਦਿੰਦੇ ਰਹਿੰਦੇ ਹਾਂ ਜਾਂ ਦੂਜਿਆਂ ਨੂੰ। ਦੁਨੀਆ ਭਰੀ ਪਈ ਏ ਸੁੱਚੇ ਵਰਗੇ ਬੰਦਿਆਂ ਨਾਲ। ਇੱਥੇ ਤਾਂ ਵਿਕਦੀਆਂ ਨਹੀਂ ਉਨੀਆਂ ਚੀਜ਼ਾਂ ਬਾਜ਼ਾਰਾਂ 'ਚ ਜਿੰਨਾ ਵਿਕਦਾ ਹੈ ਝੂਠ ਤੇ ਫਰੇਬ। ਉਦੋਂ ਤਾਂ ਉਹ ਖੜੀ ਖਲੋਤੀ ਗਰਕ ਗਈ ਧਰਤੀ 'ਚ ਜਦੋਂ ਗੁੱਤੋਂ ਫੜ ਕੇ ਧੋਇਆ ਮਾਰਿਆ। ਵੱਡਾ ਗਿਲਾ ਇਹ ਵੀ ਕੁੱਟ ਮਾਰ ਲੈਂਦਾ ਹੈ, ਕਰ ਦਿੰਦਾ ਚੀਨਾ ਚੀਨਾ, ਕੋਈ ਗੁੱਸਾ ਨਾ ਹੁੰਦਾ। ਉਹ ਮੇਰਾ ਇਸ਼ਕ ਏ ਪਰ ਰੂਹ ਤਾਂ ਨਾ ਕਰਦੀ। ਲੀਰਾਂ ਖਖੜੀ, ਕੁੱਤੀ ਮਾਸ਼ੀ ਕਹਿ ਕੇ ਮੁਹੱਬਤ ਦਾ ਕੀ ਵਾਸਤਾ ਭਲਾ ਜਾਤ ਨਾਲ। ਹੁਣ ਤਾਂ ਬਚੀ ਉਹਦੀ ਲਾਸ਼ ਹੀ ਖੁਦ ਹੈਰਾਨ ਹੁੰਦੇ। ਹੁਣ ਤੱਕ ਉਹ ਜੀ ਕਿਵੇਂ ਰਹੀ ਹੈ, ਮਰੀ ਕਿਉਂ ਨਹੀਂ। ਸਾਹਾਂ ਦੇ ਵਜੂਦ 'ਚ ਤੜਫਦੀ ਪੀੜ ਕਾਲਖ ਵਾਂਗ ਚਮਕਦੀ ਉਹਦੇ ਹਤਾਸ਼ ਚਿਹਰੇ ਤੇ। ਉਸ ਘੜੀ ਮਰੀ ਸੀ ਪਹਿਲੀ ਵਾਰ ਜਦੋਂ ਉਹਦੇ ਹੁੰਦਿਆਂ ਸੁਣਦਿਆਂ ਉਹਦੀ ਭੈਣ ਹੀ ਮੰਗ ਲਈ ਸੁੱਚੇ ਨੇ। ਕਿਸੇ ਠੋਸ ਕਾਰਨ ਕਰਕੇ ਨਹੀਂ, ਕੇਵਲ ਹਵਸ ਦੀ ਖਾਤਰ। ਉਹਨੂੰ ਹੱਥ ਜੋੜਨੇ ਪਏ ਛੋਟੀ ਭੈਣ ਅੱਗੇ ਵੀ ਭਿਣਕ ਨਾ ਕੱਢੇ ਕਿਧਰੇ ਬਾਹਰ, ਲੋਕ ਤਾਂ ਜੀਣ ਨਹੀਂ ਦਿੰਦੇ ਪਹਿਲਾਂ ਹੀ। ਅੰਤਰ-ਆਤਮਾ ਨੇ ਹੌਕਾ ਭਰ ਕੇ ਸੋਚਿਆ, ਜੇ ਮੇਰੀ ਥਾਂ ਹੁੰਦੀ ਕੋਈ ਜੱਟੀ, ਉਸ ਕੋਲੋਂ ਭਲਾ ਕਰਦਾ ਜੁਰਤ ਭੈਣ ਮੰਗਣ ਦੀ। ਉਹਨੂੰ ਕੁੱਟਦਾ ਮਾਰਦਾ, ਮੇਰੇ ਵਾਂਗ ਗੁੱਤੋਂ ਫੜਦਾ? ਕਦੇ ਨਹੀਂ। ਮੇਰਾ ਪਿੱਛਾ ਨਹੀਂ ਹੈਗਾ ਨਾ। ਹੁਣ ਮੈਂ ਉਹਦੀ ਮਸ਼ੂਕਾ ਨਹੀਂ ਰਹੀ, ਕੁੱਤੀ ਮਾਸ਼ੀ ਬਣ ਗਈ ਆ। ਕੀ ਮੇਰੀ ਭੈਣ ਮਾਸ਼ੀ ਨਹੀਂ? ਉਸ ਪਿੱਛੇ ਕਿਵੇਂ ਪਾਗਲ ਹੋਇਆ ਫਿਰਦਾ? ਕੀ ਇਤਵਾਰ ਕੱਲ ਨੂੰ ਉਸ ਨਾਲ ਨਾ ਕਰੂ ਇਸ ਤਰ੍ਹਾਂ? ਜਿਨਸੀ ਭੁੱਖ 'ਚੋਂ ਪੈਦਾ ਹੋਏ ਵਕਤੀ ਰਿਸ਼ਤੇ ਹੁੰਦੇ ਨੇ ਪਾਣੀ ਦੀ ਕੰਧ ਵਾਂਗ। ਇੱਕ ਵਾਰ ਲਹਿਰਾਂ ਦਾ ਉਭਾਰ ਹੋਇਆ ਉੱਚਾ, ਫਿਰ ਵਿਚ ਗਿਆ ਬਾਕੀ ਦੇ ਤਲ ਨਾਲ। ਚੁੰਨੀ ਲੈ ਕੇ ਮੂੰਹ ਅੱਗੇ ਰੋਣ ਲੱਗਦੀ, ਪੱਲੇ ਭਰ ਜਾਂਦੇ ਸਾਰੇ ਹੰਝੂਆਂ ਦੇ ਪਾਣੀ ਨਾਲ। ਜਿਸ ਆਦਮੀ ਦਾ ਦਿਲ ਦਿਮਾਗ ਹੋਏਗਾ ਸਾਫ਼ ਤੇ ਤਿੱਖਾ, ਉਹ ਹੁੰਦਾ ਹੈ ਹਮੇਸ਼ਾ ਇਮਾਨਦਾਰ। ਬੁਰੀ ਤਰ੍ਹਾਂ ਦੁਖਾ ਦਿੰਦੀ ਐਸੇ ਬੰਦੇ ਨੂੰ ਕਿਸੇ ਦੀ ਵੀ ਕੀਤੀ ਹੇਰਾ ਫੇਰੀ, ਬੇਈਮਾਨੀ ਜਾਂ ਝੂਠ। ਉਹਦੀ ਜ਼ਮੀਰ ਤੇ ਲੱਗਾ ਮਾਮੂਲੀ ਦਾਗ ਵੀ ਅਸਹਿ ਲੱਗਦਾ ਉਹਨੂੰ। ਦਮੋ ਨੇ ਹੁਣ ਤੱਕ ਫਿਕਰਾਂ ਚਿੰਤਾਵਾਂ 'ਚ ਗੁੜਚ ਰਾਤਾਂ ਵੇਖੀਆਂ, ਮਦਹੋਸ਼ ਕਰ ਦੇਣ ਵਾਲੇ ਜਵਾਨੀ ਦੇ ਨਸ਼ੇ ਨੂੰ ਮਾਣਿਆ। ਹੁਣ ਆਪਣਿਆਂ ਹੱਥੋਂ ਬੇਪਤੀ ਹੁੰਦੀ ਜ਼ਿੰਦਗੀ ਦੀ ਤਸਵੀਰ ਵੀ ਵੇਖ ਲਈ। ਸੁੱਚੇ ਦੀ ਬੇਵਫਾਈ ਲੂਣ ਪਾਉਂਦੀ ਦਿਨ ਰਾਤ ਉਹਦੇ ਜ਼ਖਮੀ ਪਿੰਡੇ ਤੇ। ਰੇਖਾ ਸ਼ਹਿਰੋਂ ਆਈ, ਹਨੇਰੇ ਪਏ, ਥੱਕੀ ਤੇ ਖਿਜੀ ਖਿਜੀ ਚੁੱਪਚਾਪ ਦਮੋ ਕੋਲ ਬੈਠ ਗਈ। ਗੁੰਮਸੁੰਮ ਹੌਲੀ ਜੀ ਦੱਸਿਆ ਦੀਦੀ ਨੂੰ, ਕਰਨ ਦੇ ਮਾਪੇ ਮੰਨੇ ਨਹੀਂ, ਉਹ ਕਰਨ ਲੱਗੇ ਨੇ ਕੋਰਟ ਮੈਰਿਜ। ਮਾਪਿਆਂ ਵੱਲੋਂ ਤਾਂ ਦੱਸ ਗਈ ਹੋਈ ਲਾਗਣੀ, ਜਿਸ ਬਾਰੇ ਦੱਸਿਆ ਨਾ ਕਿਸੇ ਨੂੰ ਦਮੋ ਨੇ। ਕੋਰਟ ਮੈਰਿਜ ਬਾਰੇ ਸੁਣ ਕੇ ਉਹਦਾ ਦਿਲ ਕੰਬਿਆ। ਸਮਝਦੀ ਸੱਸੀ ਦੀ ਤਕਦੀਰ ਅੱਜ ਵੀ ਸੜੀ ਕੱਲ ਵੀ। ਦਿਮਾਗ 'ਚ ਧੁੰਦੀ ਧੁੰਦ ਸ਼ੋਰ ਸ਼ਰਾਬਾ ਤੇ ਭਵਿੱਖ ਦੀ ਕੰਬਦੀ ਤਸਵੀਰ। ਕਦੇ ਸੁੱਚੇ ਤੇ ਕਰਨ ਨੂੰ ਮੈਚ ਕਰਕੇ ਵੇਖਦੀ, ਮੁਕਾਬਲਾ ਕਰਦੀ। ਕਈ ਪੱਖਾਂ ਤੋਂ ਨਤੀਜਾ ਇੱਕ ਹੀ ਹੁੰਦਾ। ਸੁੱਚੇ ਨਾਲ ਝਗੜੇ ਪਿੱਛੋਂ ਜੱਟਾਂ ਬਾਰੇ ਦਮੋ ਦੇ ਵਿਚਾਰ ਬੁਰੀ ਤਰ੍ਹਾਂ ਖੰਡਿਤ ਹੋ ਗਏ ਹੋਏ। ਉਹਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸੁੱਚਾ ਇੱਥੋਂ ਤੱਕ ਬਦਲ ਜੂ, ਇੰਜ ਦਾ ਸਲੂਕ ਕਰੂ ਮੈਨੂੰ ਗੈਰ ਤੇ ਬੇਗਾਨੀ ਸਮਝ ਕੇ। ਪਿਆਰ ਦੇ ਮੁੱਢਲੇ ਦਿਨਾਂ 'ਚ ਸੋਚਦੀ ਹੁੰਦੀ ਬਣ ਕੇ ਸਰੋਂ ਦੀ ਗੰਦਲ ਉੱਗ ਪਵੇ ਉਸ ਸੁੱਚੇ ਦੇ ਖੇਤਾਂ 'ਚ, ਕਣਕ ਦੇ ਵਿਚਕਾਰ। ਹੁਣ ਸੋਚਦੀ ਬਣ ਕੇ ਬਰੂਦ ਸਾੜ ਸੁੱਟੇ ਸਾਰੇ ਖੇਤ ਕਲਿਆਣ ਵਾਲੇ ਪਿੰਡ ਵੀ। ਅੱਜ ਉਹ ਸੁੱਚਾ ਉਹਦੇ ਸਾਰੇ ਅਹਿਸਾਨ ਭੁੱਲ ਗਿਆ, ਪਾਗਲ ਹੋਇਆ ਫਿਰਦਾ ਵਿਆਹ ਕਰਨ ਲਈ, ਉਹ ਵੀ ਆਪਣੀ ਕੁੜੀ ਦੀ ਉਮਰ ਦੀ ਸਾਲੀ ਨਾਲ। ਦਮੋ ਨੇ ਘਬਰਾ ਕੇ ਹੇਠਾਂ ਵੇਖਿਆ, ਸ਼ਾਇਦ ਮੁੱਕ ਗਈ ਸੀ ਉਹਦੇ ਪੈਰਾਂ ਹੇਠਲੀ ਧਰਤੀ। ਕੇਵਲ ਬਚੀ ਸੀ ਉਹਦੇ ਪੈਰ ਰੱਖਣ ਜੋਗੀ। ਉਹਦੇ ਹੋਂਠ ਸੋਚਾਂ ਨਾਲ ਲਹੂ ਲੁਹਾਣ ਹੋਏ ਪਏ ਸੀ। ਉਹ ਬੇਚੈਨ ਤੇ ਸਾਹੋ ਸਾਈ ਹੋਈ ਪਈ ਸੀ।
ਕਈ ਦਿਨ ਅਮਨ ਮਾਂ ਨਹੀਂ ਰਿਹਾ। ਸੁੱਚਾ ਰੋਜ਼ਾਨਾ ਰਾਤ ਨੂੰ ਆਉਂਦਾ, ਸ਼ਰਾਬੀ ਹੋ ਕੇ ਸਿੱਧਾ ਆਪਣੇ ਕਮਰੇ 'ਚ ਜਾ ਕੇ ਸੌਂਦਾ, ਕਿਸੇ ਨਾਲ ਬੋਲਦਾ ਨਾ ਗੱਲ ਕਰਦਾ, ਹਰ ਵਕਤ ਆਫਰਿਆ ਰਹਿੰਦਾ ਗੁੱਸੇ ਨਾਲ। ਰੋਟੀ ਵੀ ਬਾਹਰੋਂ ਖਾ ਆਉਂਦਾ, ਸਵੇਰੇ ਤੜਕੇ ਚਲਾ ਜਾਂਦਾ, ਮੱਥੇ ਨਾ ਲੱਗਦਾ ਕਿਸੇ ਦੇ। ਦਮੋ ਹੁਣ ਸੌ ਨਾ ਸਕਦੀ ਗੂੜੀ ਨੀਂਦ, ਪਹਿਲਾਂ ਵਾਂਗ ਨੈਣਾਂ 'ਚ ਸੁਪਨਿਆਂ ਦਾ ਸੁਰਮਾ ਪਾ ਕੇ। ਉਹਦਾ ਹਰ ਪਲ ਸੋਚਾਂ ਸੰਗ ਹੁੰਦਾ, ਗੁੱਥਮ ਗੁੱਥਾ। ਉਹਦੇ ਅੰਦਰ ਚੱਲਦਾ ਸੋਚਾਂ ਦਾ ਜਵਾਰ ਭਾਟਾ ਅਚਾਨਕ ਮੂੰਹ ਜ਼ੋਰ ਹੋ ਜਾਂਦਾ। ਲੱਗਦਾ ਸੁੱਚੇ ਦੀ ਇੱਕ ਇੱਕ ਗਾਲ ਨੇ ਜੜੋਂ ਪੁੱਟ ਸੁੱਟਿਆ ਹੈ ਉਹਦੀ ਹੋਸ਼ ਨੂੰ। ਉਹ ਸਾਰੀ ਸਾਰੀ ਰਾਤ ਹਾਲਾਤਾਂ ਦੀਆਂ ਪਈਆਂ ਜ਼ਹਿਰੀਲੀਆਂ ਸਮਾਜਿਕ ਗੁੰਝਲਾਂ ਖੋਲ੍ਹਦੀ ਰਹਿੰਦੀ ਵੀ ਸ਼ਾਇਦ ਕੋਈ ਕਿਨਾਰਾ ਹੱਥ ਆ ਹੀ ਜਾਏ, ਸਮੁੱਚੀ ਤਾਣੀ ਫਿਰ ਗੋਲਾ ਬਣ ਜਾਏ। ਸੁੰਨੀ ਕੋਠੀ ਲੱਗਦੀ ਉਜਾੜ, ਕਿਸੇ ਬੇਮੁਰਸ਼ਦੇ ਪੀਰ ਦੇ ਮਜ਼ਾਰ ਵਾਂਗ। ਰੇਖਾ ਕਦੇ ਕਦਾਈ ਪੜਨ ਜਾਂਦੀ, ਬਹੁਤਾ ਆਪਣਾ ਹੀ ਇਕਾਂਤ ਦੇ ਆਰੇ ਹੇਠ ਕੁਤਰਦੀ ਰਹਿੰਦੀ ਆਪਣਾ ਆਪ। ਸੀਰਤ ਭੱਜਿਆ ਫਿਰਦਾ ਨੌਕਰੀ ਦੇ ਚੱਕਰ 'ਚ ਸਭ ਤੋਂ ਵੱਡਾ ਦਰਦ ਉਹੀ ਭੋਗ ਰਿਹਾ। ਮੰਮੀ ਤੇ ਰੇਖਾ ਦਾ ਚਾਨਚੱਕ ਚੁੱਪ ਸਾਧ ਲੈਣਾ, ਇੱਕਦਮ ਹੋ ਜਾਣਾ ਅਤ ਗੰਭੀਰ, ਉਹ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਤਰਲੇ ਕੀਤੇ ਮੰਮੀ ਦੇ, ਪਿਆਰ ਨਾਲ ਪੁੱਛਿਆ ਰੇਖਾ ਨੂੰ, ਕਿਸੇ ਖੋਲਿਆ ਨਾ ਮੂੰਹ, ਦੱਸਿਆ ਨਾ ਕੁਛ ਵੀ। ਇਹ ਜ਼ਰੂਰ ਤਾੜ ਗਿਆ। ਅੰਦਾਜ਼ਾ ਲੱਗਾ ਪਾਪੇ ਦੇ ਹਨੇਰੇ ਸਵੇਰੇ ਆਉਣ ਜਾਣ ਤੋਂ। ਨਾਰਾਜ਼ਗੀ ਕੋਈ ਡੈਡੀ ਨਾਲ ਹੀ ਹੈ, ਪਰ ਆਖਰ ਹੋਇਆ ਕੀ? ਇਹ ਥੋ ਨਾ ਲੱਗਾ। ਜਦੋਂ ਪਤਾ ਲੱਗਾ ਦਮੋ ਨੂੰ ਸੱਸੀ ਦੇ ਕਰਨ ਤੇ ਕੋਰਟ ਮੈਰਿਜ ਕਰਨ ਦਾ, ਹੋ ਗਈ ਉਹ ਭੈਭੀਤ, ਭਰ ਗਈ ਖੌਫ ਨਾਲ। ਜਦੋਂ ਪਤਾ ਲੱਗਾ ਮਿੱਥੀ ਗਈ ਤਰੀਕ ਦਾ, ਫੌਰੀ ਫੋਨ ਕਰਕੇ ਉਹਨੇ ਬੁਲਾ ਲਿਆ ਸੱਸੀ ਨੂੰ। ਉਸ ਐਤਵਾਰ ਆਉਣ ਦਾ ਕਰਾਰ ਕੀਤਾ। ਦਮੋ ਦੀ ਹਾਲਤ ਪਾਗਲਾਂ ਵਰਗੀ ਬਣੀ ਹੋਈ, ਹਰ ਵਕਤ ਸੋਚਾਂ ਹੀ ਸੋਚਾਂ। ਬਹੁਤਾ ਫਿਕਰ ਪਿਆ ਸੱਸੀ ਦਾ, ਰੇਖਾ ਦੇ ਬਾਰੇ ਵੀ ਕੋਈ ਘੱਟ ਚਿੰਤਾ ਨਹੀਂ ਹੁੰਦੀ। ਸੁੱਚੇ ਦੇ ਵਿਸ਼ਵਾਸਘਾਤ ਨੇ ਇੱਕ ਤਰ੍ਹਾਂ ਮਾਰ ਹੀ ਦਿੱਤਾ ਹੋਇਆ, ਤੁਰੀ ਫਿਰਦੀ ਲਾਸ਼ ਵਾਂਗ। ਦਮੋ ਜੀ ਰਹੀ ਸੀ ਕਲਪਨਾ 'ਚ, ਇੱਕ ਭਰਮ ਭੁਲੇਖੇ 'ਚ। ਹਕੀਕਤ ਡੁੱਬ ਗਈ ਕਲਪਨਾ 'ਚ ਤੇ ਕਲਪਨਾ ਹਕੀਕਤ ਵਿੱਚ। ਉਹਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲਾਂ ਵਿੱਚ ਕੋਸ਼ਿਸ਼ ਕੀਤੀ ਰੰਗ ਭਰਨ ਦੀ, ਪਰ ਅਸਫਲ ਰਹੀ। ਰੇਖਾ ਦੇ ਮੂੰਹ ਵੱਲ ਵੇਖਦੀ ਤਾਂ ਡੂੰਘਾ ਹੌਕਾ ਭਰਦੀ। ਹੁਣ ਤਾਂ ਇੱਥੋਂ ਤੱਕ ਸੋਚਦੀ, ਜੇ ਰੇਖਾ ਚਾਹੁੰਦੀ ਏ ਸੀਰਤ ਨੂੰ ਦਿਲ ਦੀਆਂ ਡੂੰਘਾਈਆਂ ਤੱਕ ਵਿਆਹ ਵੀ ਕਰ ਲੈਣ ਤਾਂ ਇਹ 'ਚ ਕੀ ਮਾੜਾ। ਕਦੇ ਇਹ ਵੀ ਸੋਚਦੀ, ਜੇ ਰੇਖਾ ਨੂੰ ਧੱਕੇ ਨਾਲ ਮਜਬੂਰ ਕਰਕੇ ਸੁੱਚਾ ਕਰ ਲੈ ਵਿਆਹ, ਮੇਰੇ ਵਾਂਗ ਉਹਦਾ ਭਵਿੱਖ ਕੀ ਹੋਊ। ਸੱਸੀ ਨਾਲ ਕਰਨ ਦਾ ਪਿਆਰ ਵਿਆਹ, ਕੋਈ ਗਰੰਟੀ ਨਹੀਂ ਨੇਪਰੇ ਚੜ ਸਕਦੀ। ਕਦੇ ਸੋਚਦੀ ਜੱਟ ਜ਼ਰੂਰੀ ਤਾਂ ਨਹੀਂ, ਕੋਈ ਕੁਮਾਰ ਚਮਾਰ ਈਸਾਈ ਕਿਸੇ ਵੀ ਕਾਸਟ ਦਾ ਹੋ ਸਕਦਾ, ਪਰ ਇਹ ਪਤਾ ਕਿਵੇਂ ਲੱਗੇ, ਕਿਵੇਂ ਮਾਪਿਆ ਜਾਵੇ ਇਹਨਾਂ ਰਿਸ਼ਤਿਆਂ ਦੇ ਨਿੱਘ ਨੂੰ, ਪੱਧਰ ਨੂੰ। ਕੀ ਕੋਈ ਐਸਾ ਮੀਟਰ ਜਾਂ ਪੈਮਾਨਾ ਹੈ, ਕੋਈ ਮਸ਼ੀਨ ਜਾਂ ਸਾਫਟਵੇਅਰ ਜੋ ਦੱਸ ਸਕੇ ਵੀ ਸਾਡੇ ਸਮਾਜ ਵਿੱਚ ਕਿਹੜੀ ਜਾਤ ਜੱਟਾਂ ਤੋਂ ਚੰਗੀ, ਕਿਹੜੀ ਉੱਚੀ, ਕਿਹੜੀ ਨੀਵੀਂ, ਕਿਹੜੀ ਜਾਤ ਨੂੰ ਕਿੰਨੀ ਨਫ਼ਰਤ ਕਰਦੀ ਹੈ, ਕਿੰਨਾ ਪਿਆਰ, ਕਿਹੜੀ ਜਾਤ ਸੁੱਚੀ, ਕਿਹੜੀ ਝੂਠੀ। ਵਿਛੇ ਪਏ ਦਮੋਂ ਸਾਹਮਣੇ ਜ਼ਖਮੀ ਤੇ ਤੜਫਦੇ ਸਵਾਲਾਂ ਦੇ ਅੰਬਾਰ, ਜਵਾਬ ਪਰ ਕੋਈ ਨਾ। ਦਮੋਂ ਦੀਆਂ ਸੋਚਾਂ ਦਾ ਕੋਈ ਮੁੱਢ ਨਾ ਅੰਤ ਹੁੰਦਾ। ਕੀ ਪਤਾ ਕਿਸੇ ਹੋਰ ਜਾਤ ਦਾ ਚੰਗਾ ਹੀ ਹੋਵੇ, ਇਹਨਾਂ ਜੱਟਾਂ ਨਾਲੋਂ ਫਿਰ ਵੀ ਬਿਹਤਰ ਹੋਊ ਬਾਬਾ। ਜਿੰਨਾ ਮੇਰਾ ਵਾਹ ਪਿਆ ਬਿੰਦਰ, ਗੋਰੇ, ਸੁੱਚੇ ਤੇ ਹੋਰ ਕਈਆਂ ਨਾਲ, ਸਾਰੇ ਜੱਟ ਹੀ ਨਿਕਲੇ, ਜਾਹਲ ਤੇ ਮੌਕਾ ਪ੍ਰਸਤ, ਅੜਬ ਤੇ ਰੱਜ ਕੇ ਧੋਖੇਬਾਜ਼, ਹੁਸਨ ਤੇ ਸੈਕਸ ਦੇ ਭੁੱਖੇ। ਸ਼ਾਇਦ ਹਜ਼ਾਰਾਂ 'ਚ 5-10 ਚੰਗੇ ਵੀ ਹੁੰਦੇ ਹੋਣ। ਜੇ ਮੈਂ ਕਰਵਾਇਆ ਹੁੰਦਾ ਵਿਆਹ ਕਿਸੇ ਹੋਰ ਜਾਤ ਦੇ ਮੁੰਡੇ ਨਾਲ, ਬਣਾ ਕੇ ਦਿੰਦੀ ਇੰਨੀ ਜਾਇਦਾਦ ਕਿ ਉਹ ਵੀ ਕਰਦਾ ਸੁੱਚੇ ਵਾਂਗ, ਗੁੱਤੋਂ ਫੜਦਾ, ਕੁੱਟਦਾ, ਮਾਰਦਾ। ਸ਼ਾਇਦ ਨਹੀਂ। ਸੋਚ ਫੇਰ ਘੁੰਮਦੀ, ਤਜਰਬਾ ਬੋਲਦਾ, ਮਰਦ ਤਾਂ ਸਾਰੇ ਮਰਦ ਹੀ ਹੁੰਦੇ ਆ, ਇੱਕੋ ਤਰ੍ਹਾਂ ਸੋਚਦੇ ਕਰਦੇ। ਕੀ ਗਰੰਟੀ ਆ ਕਰਕੇ ਸੱਸੀ ਨਾਲ ਵਿਆਹ ਜੱਟਵਾਦ ਦਾ ਭੂਤ ਨਹੀਂ ਚਿੰਬੜੇਗਾ ਕਰਨ ਨੂੰ। ਪੀ ਕੇ ਹੁਸਨ ਦਾ ਰਸ ਮੇਰੇ ਵਾਂਗ ਘਰੋਂ ਨਹੀਂ ਕੱਢੇਗਾ ਸੱਸੀ ਨੂੰ। ਤਿੜਕਿਆ ਭਾਂਡਾ ਸਮਝ ਕੇ ਪਿਆਰ ਦੇ ਸੁਪਨੇ ਵੇਖਣ ਵਾਲਾ ਗੱਭਰੂ, ਭਾਵੇਂ ਰੂਹ ਦਾ ਕਿੰਨਾ ਵੀ ਹੋਵੇ ਸਾਫ਼, ਆਖਿਰ ਇੱਕ ਅਸਥਿਰ ਰਾਤ ਆਈ ਜਾਂਦੀ ਹੈ। ਪਵਿੱਤਰ ਭਾਵਨਾਵਾਂ ਦਾ ਪਾਰਦਰਸ਼ੀ ਸ਼ੀਸ਼ਾ ਹੋ ਹੀ ਜਾਂਦਾ ਧੁੰਦਲਾ। ਵਰਤਮਾਨ ਨਾਲ ਤੁਰਨ ਵਾਲੇ ਪੈਰ ਕੱਲ ਨੂੰ ਰਹਿ ਸਕਦੇ ਨੇ ਪਿੱਛੇ ਵੀ, ਲੰਘ ਸਕਦੇ ਨੇ ਅੱਗੇ ਵੀ। ਅੱਜ ਦੇ ਹਾਣੀ ਕਦਮ ਕੱਲ ਨੂੰ ਸਕਦੇ ਨੇ ਨਿਖੜ ਵੀ। ਉਹਨਾਂ ਸੁਪਨਿਆਂ ਦਾ ਕੀ ਫਾਇਦਾ ਜਿਨ੍ਹਾਂ ਦੀ ਹੋਣੀ ਲਹੂ ਲੁਹਾਨ ਹੋਵੇ। ਜਦੋਂ ਵਹਿਮ ਹੋ ਜਾਏ ਕਿਸੇ ਨੂੰ ਵੀ ਉਹਦਾ ਦਿਲ, ਦਿਮਾਗ ਤੇ ਹੋਰ ਸਾਰੇ ਗੁਣ ਜਾ ਰਹੇ ਨੇ ਬੇਕਾਰ, ਫਾਲਤੂ, ਰੋ ਉੱਠਦਾ ਉਹਦਾ ਦਿਲ। ਮਹਿਸੂਸ ਹੁੰਦਾ ਉਹਨੂੰ ਜਿਵੇਂ ਉੱਡ ਜਾਂਦੀ ਏ ਇੱਥਰ ਬੋਤਲ 'ਚੋਂ ਆਪਣੇ ਆਪ ਤੇ ਲੱਗਦਾ ਪਤਾ ਨਹੀਂ ਇਸੇ ਤਰ੍ਹਾਂ ਲੋਪ ਹੁੰਦੀ ਜਾ ਰਹੀ ਹੈ ਉਹਦੀ ਦਿਮਾਗੀ ਚੇਤਨਾ ਵੀ। ਹਰ ਵਾਰ ਜਦੋਂ ਝਾਤੀ ਮਾਰਦੀ ਆਪਣੇ ਅੰਦਰ, ਲੱਗਦਾ ਜਿਵੇਂ ਹੁੰਦੀ ਜਾ ਰਹੀ ਹੋਵੇ ਉਹ ਖਾਲੀ। ਅੱਜ ਸਵੇਰੇ ਜਾਗੀ ਜਦੋਂ ਦਮੋਂ, ਅਜੇ ਹੁੰਦਾ ਹੈ ਹਨੇਰਾ। ਨਹਾ ਕੇ ਚਾਹ ਪੀਤੀ, ਚਲੀ ਗਈ ਬਗੀਚੇ 'ਚ, ਜਲੂਣ ਛੜੀ ਨੱਕ ਨੂੰ ਫੁੱਲਾਂ ਦੀ ਤਿੱਖੀ ਮਹਿਕ ਨੇ। ਦਮੋਂ ਨੂੰ ਹਮੇਸ਼ਾ ਇੰਜ ਲੱਗਦਾ ਜਿਵੇਂ ਬਾਗ ਦੇ ਸਾਰੇ ਫੁੱਲ ਰੋ ਪੈਂਦੇ ਹੋਣ ਉਹਨੂੰ ਵੇਖ ਕੇ। ਵਿਰਲਾ ਟਾਵਾਂ ਤਾਰਾ ਅਜੇ ਖਿੜਿਆ ਹੋਇਆ ਆਕਾਸ਼ 'ਚ, ਰੁੱਖਾਂ ਤੇ ਗੀਤ ਗਾਉਂਦੇ ਪੰਛੀਆਂ ਨੇ ਧੂਹ ਪਾਈ ਕਾਲਜੇ ਨੂੰ। ਕੁਝ ਚੈਨ ਮਿਲਿਆ ਉਹਨੂੰ, ਲੋ ਲੱਗੀ ਤਾਂ ਵਾਪਸ ਪਰਤੀ।
ਅਚਾਨਕ ਸੁੱਚਾ ਦਿਸਿਆ ਸਾਹਮਣੇ। ਦੂਜੀ ਮੰਜ਼ਿਲ ਤੋਂ ਉਤਰਦਾ, ਕੱਪੜੇ ਠੀਕ ਕਰਦਾ ਆਉਂਦਾ, ਸਿਰੋਂ ਨੰਗਾ, ਵਾਲ ਖਿਲਰੇ ਹੋਏ, ਪੈਰ ਥਿੜਕਦੇ, ਤੋਰ ਡੋਲਦੀ। ਹੇਠਾਂ ਆ ਕੇ ਸਿੱਧਾ ਗੈਰੇਜ ਵੱਲ ਗਿਆ। ਕਾਹਲੀ ਨਾਲ ਚਲਾ ਲੈ ਗਿਆ, ਲੈ ਕੇ ਕਾਰ ਚੋਰਾਂ ਵਾਂਗ। ਦਮੂ ਹੋਈ ਹੈਰਾਨ। ਦਿਲ ਧੜਕਿਆ ਜ਼ੋਰ ਨਾਲ। ਕੀ ਅੱਜ ਹੀ ਉੱਪਰ ਸੁੱਤਾ ਸੀ? ਅਹਿਸਾਸ ਹੋਇਆ ਕਿਸੇ ਗੜਬੜ ਦਾ। ਇੱਕ ਸ਼ੱਕ ਰੜਕਿਆ ਕੰਡੇ ਵਾਂਗ ਦਿਮਾਗ 'ਚੋਂ। ਤੇਜ਼ੀ ਨਾਲ ਚੜ੍ਹ ਕੇ ਪੌੜੀਆਂ ਉੱਪਰ ਗਈ। ਰੇਖਾ ਦਾ ਕਮਰਾ ਸਵਾਟ ਖੁੱਲ੍ਹਾ ਵੇਖ ਕੇ ਅੰਦਰ ਦਾ ਹਾਲ, ਹੰਝੂ ਆਪ ਮੁਹਾਰੇ ਛਲਕ ਪਏ। ਰੇਖਾ ਰੋਲੀ ਮਧੋਲੀ ਪਈ ਬਿਸਤਰੇ ਤੇ, ਨੰਗ ਮਨੰਗੀ, ਗੱਲਾਂ ਤੇ ਬੁੱਲਾਂ 'ਚ ਖੂਨ ਸਿਮਦਾ। ਜਰਾ ਗੌਰ ਨਾਲ ਤਾੜਿਆ, ਕੱਪੜੇ ਇੱਧਰ ਉੱਧਰ ਖਿਲਰੇ, ਫੋਟੋਆਂ ਫਰਸ਼ ਤੇ ਪਈਆਂ, ਕਿਤਾਬਾਂ ਰੈਕਾਂ ਤੋਂ ਹੇਠਾਂ ਡਿੱਗੀਆਂ। ਕਮਰੇ 'ਚ ਜਿਵੇਂ ਯੁੱਧ ਹੋਇਆ ਹੋਵੇ। ਜੋ ਵੀ ਵਾਪਰਿਆ ਉਹ ਛਣਕਦੀਆਂ ਗੁਲਾਬੀ ਚੂੜੀਆਂ ਦਾ ਰੇਪ ਸੀ। ਕੁਆਰ ਗੰਦਲ ਨਾਲ ਪਸ਼ੂ ਬਿਰਤੀ ਵੱਲੋਂ ਕੀਤਾ ਜਬਰ ਜਨਾਹ ਸੀ। ਰੇਖਾ ਦੇ ਜਿਸਮ ਦੀ ਤੌਹੀਨ ਸੀ, ਬੇਇੱਜ਼ਤੀ ਸੀ। ਦਮੋ ਨੇ ਹੌਲੀ ਜਿਹੀ ਹਿਲਾਇਆ। ਖੌਫ ਨਾਲ ਭਰੀਆਂ ਅੱਖਾਂ ਖੁੱਲੀਆਂ। ਡਿਡਿਆ ਕੇ ਰੇਖਾ ਚੰਬੜ ਗਈ ਦਮੋ ਦੇ ਗਲ। ਰੋਂਦੀ ਨੇ ਕਿਹਾ, ਦੀਦੀ ਮੈਨੂੰ ਜ਼ਹਿਰ ਦੇ ਕੇ ਮਾਰ ਦੇ। ਕੁੜੀ ਜ਼ਖਮੀ ਕੂੰਜ ਵਾਂਗ ਕਰਲਾਉਣ ਲੱਗੀ। ਜਿਹੜਾ ਬੰਦਾ ਕਰ ਨਹੀਂ ਸਕਦਾ ਵਸ ਕ੍ਰੋਧ ਨੂੰ, ਉਹ ਹੁੰਦਾ ਅਸਮਰਥ ਕਾਬੂ ਕਰਨ 'ਚ ਸੈਕਸ ਨੂੰ। ਗੁੱਸਾ ਹੁੰਦਾ ਕਹਿਰਾਂ ਦਾ ਸੁੱਚੇ ਨੂੰ। ਰੇਖਾ ਵੱਲੋਂ ਵਿਆਹ ਤੋਂ ਇਨਕਾਰ ਕਰਨ ਕਰਕੇ, ਇਸੇ ਲਈ ਅੰਨ੍ਹਿਆ ਹੋ ਕੇ ਆਪਣੇ ਦਿਲ ਦੇ ਤੂਫਾਨੀ ਵੇਗ 'ਚ ਕੀਤਾ ਰੇਪ ਸੁੱਚੇ ਨੇ ਰੇਖਾ ਨਾਲ। ਦਮੋ ਦੇ ਅੰਦਰ ਤਿੱਖੀ ਪੀੜ ਦੀ ਲੀਹ ਪਈ, ਜਿਵੇਂ ਗਰਨੇਡ ਫਟਿਆ ਹੋਵੇ ਗੁੱਸੇ ਦਾ। ਫਰਸ਼ ਤੇ ਛੱਤਾਂ ਕੰਬਦੇ ਕੰਬਦੇ, ਮਰੀ ਮਰੀ ਰੌਸ਼ਨੀ, ਪਾਟੀ ਨਜ਼ਰ, ਸਿਰ ਨੂੰ ਘੁਮੇਰਨੀਆਂ, ਭੁਚਾਲ ਆ ਜਾਣ ਵਾਂਗ। ਗੋਲੇ ਬਰਸਣ ਲੱਗੇ ਅੱਖਾਂ ਦੇ ਨੈਣਾਂ 'ਚੋਂ। ਰੋਣ ਹਾਕੀ ਨੇ, ਮਰਨ ਹਾਕੀ ਹੋ ਗਈ। ਰੇਖਾ ਨੂੰ ਦਿਲਾਸਾ ਦਿੰਦੀ ਫਿੱਸ ਪਈ ਆਪ ਵੀ। ਅੱਜ ਪਹਿਲੀ ਵਾਰ ਭਰਿਆ ਭੁਕੰਨਿਆ ਘਰ ਲੱਗਾ ਉਜਾੜ ਬਿਆਬਾਨ। ਡਰੀ ਘਬਰਾਈ ਨੇ ਮਨ ਦੀ ਅੰਦਰਲੀ ਹਨੇਰੀ ਗੁਫਾ ਦਾ ਦਰਵਾਜ਼ਾ ਖੋਲ੍ਹਿਆ। ਰੇਖਾ ਨੂੰ ਲੈ ਕੇ ਅੰਦਰ ਵੜੀ ਤੇ ਚੁੱਪ ਦੀ ਬੁੱਕਲ ਹੋਰ ਘੁੱਟ ਲਈ। ਸਵੇਰ ਤੋਂ ਸ਼ਾਮ ਤੱਕ ਵਗਦਾ ਰਿਹਾ ਖਾਰੇ ਹੰਝੂਆਂ ਦਾ ਦਰਿਆ। ਸਾਰਾ ਦਿਨ ਬੰਦ ਰਿਹਾ ਕਿਚਨ ਦਾ ਦਰਵਾਜ਼ਾ। ਸਾਰੀ ਰਾਤ ਬੀਤੀ ਸੂਲਾਂ ਦੇ ਜੰਗਲ 'ਚੋਂ ਗੁਜ਼ਰਦਿਆਂ। ਬੀਤ ਗਏ ਵੇਲੇ ਦੇ ਹੁਸੀਨ ਪਲਾਂ ਨੂੰ ਖਿਲਾਰ ਦਿੱਤਾ। ਵਰਤਮਾਨ ਦੀ ਸੇਜ ਤੇ ਨੈਣਾ ਅੱਗੇ ਆ ਖੜਾ ਨਕਸ਼ਾ ਬੀਤੇ ਦੀਆਂ ਯਾਦਾਂ ਦਾ। ਰੇਖਾ ਸੋਚ ਰਹੀ ਸੀ, ਇਹ ਕੀ ਹੋ ਰਿਹਾ ਮੇਰੇ ਨਾਲ? 9ਵੀਂ 'ਚ ਪੜ੍ਹਦੀ ਨਾਲ ਰੇਪ ਹੋਇਆ, ਫੇਰ ਰੇਪ ਕੀਤਾ ਕਾਰਜ ਨੇ, ਹੁਣ ਪਿਓ ਵਰਗਾ ਜੀਜਾ ਕਰ ਗਿਆ ਬਲਾਤਕਾਰ। ਜੇ ਲੱਗ ਗਿਆ ਪਤਾ ਸੀਰਤ ਨੂੰ ਫੇਰ? ਦਲੀਲੀ ਪਈ ਬਾਰ-ਬਾਰ ਪਰਤਦੀ ਅੰਦਰਲੇ ਹਨੇਰੇ ਵਾਲੇ। ਕਾਂਡ ਪਾਈ। ਸੱਸੀ ਆਈ ਸ਼ਾਮ ਨੂੰ ਕਰਕੇ ਵਿਨਰ ਪਾਰਕ, ਸਿੱਧੀ ਮਾਂ ਦੀ ਛਾਤੀ ਨਾਲ, ਬੜੀ ਖੁਸ਼ ਤੇ ਟੈਕੀ ਹੋਈ, ਲੂਹ ਨੂੰ ਫਰਕਦਾ। ਗੁਲਾਬੀ ਡੋਰੇ ਨੈਣਾਂ 'ਚ ਮਚਲਦੇ, ਮਹਿਕਾਂ ਉੱਠਦੀਆਂ ਬਦਨ 'ਚੋਂ। ਪਰ ਦਮੋ ਨੇ ਬਹੁਤਾ ਚਾਅ ਪ੍ਰਗਟ ਨਹੀਂ ਕੀਤਾ। ਪਹਿਲਾਂ ਵਾਂਗ ਮੱਥਾ ਚੁੰਮਿਆ, ਨਾ ਗਲ ਲਾਇਆ, ਸਿਹਤ ਵੱਲੋਂ ਪੁੱਛਿਆ, ਨਾ ਪੜ੍ਹਾਈ ਵੱਲੋਂ। ਚੁੱਪ ਜਿਹੀ ਹੋਈ ਰਹੀ। ਹਾਸਾ ਝੜ ਗਿਆ ਹੋਇਆ ਸੀ ਦਮੋ ਦੇ ਬੁੱਲਾਂ ਤੋਂ। ਪੱਤਝੜ ਦੇ ਪੀਲੇ ਪੱਤਿਆਂ ਵਾਂਗ ਆਪ ਮੁਹਾਰੇ ਡੁੱਲ ਡੁੱਲ ਪੈਂਦਾ ਹਾਸਾ ਹੁਣ ਜਗੂ ਬੁਝੂ ਕਰਦਾ ਸੀ। ਅੰਦਰ ਦੀ ਅੱਗ ਨਾਲ ਪਿਘਲਦੇ ਉਹਦੇ ਬੋਲ ਜਿਵੇਂ ਜੰਮ ਗਏ ਸਨ ਉਹਦੇ ਹੋਠਾਂ ਤੇ। ਸਮੁੱਚਾ ਵਜੂਦ ਜਿਵੇਂ ਕਬਰ 'ਚੋਂ ਪੁੱਟਿਆ ਮੁਰਦਾ ਹੋਵੇ। ਸੱਸੀ ਨੇ ਮਹਿਸੂਸ ਕੀਤਾ, ਅੰਦਾਜ਼ਾ ਲਾਇਆ, ਕਸਰ ਕੋਈ ਹੈ ਜ਼ਰੂਰ। ਉਹਦੇ ਚਾਅ ਨੂੰ ਜਿਵੇਂ ਬਾਜ ਪੈ ਗਿਆ ਸੋਕੇ ਦਾ। ਰਾਤ ਨੂੰ ਪੁੱਛਣ ਤੇ ਛੱਡ ਕੇ ਉਹ ਚਲੀ ਗਈ ਕੱਪੜੇ ਚੇਂਜ ਕਰਨ। ਪਿੰਡ ਆ ਕੇ ਹਮੇਸ਼ਾ ਕੱਪੜੇ ਰੇਖਾ ਜਾਂ ਮੰਮੀ ਦੇ ਪਹਿਨਦੀ। ਤਿੰਨਾਂ ਦਾ ਇੱਕੋ ਸਾਈਜ਼। ਰੇਖਾ ਪਈ ਹੋਈ ਚਾਦਰ ਲੈ ਕੇ ਬੈੱਡ ਤੇ ਬਦਲ ਕੇ ਕੱਪੜੇ ਪੈ ਗਈ ਲੰਮੀ ਰੇਖਾ ਨਾਲ। ਲੱਗੀ ਕਰਨ ਛੇੜਖਾਨੀਆਂ ਪਹਿਲਾਂ ਵਾਂਗ। ਲਾਡ ਕਰਦੀ, ਕਦੇ ਸ਼ਰਾਰਤਾਂ, ਚੁੰਡੀ ਭੋਰਦੀ, ਕਦੇ ਬੁੱਲ ਮਸਲਦੀ। ਸਾਰੇ ਲੱਛਣ ਕਰਨ ਤੋਂ ਸਿੱਖ ਗਈ ਹੋਈ। ਅੱਜ ਉਹ ਬਹੁਤ ਖੁਸ਼ ਏ, ਝੱਲੀ ਨਹੀਂ ਜਾ ਰਹੀ। ਵਿਆਹ ਦੀ ਖੁਮਾਰੀ, ਤਰੀਕ ਪੱਕੀ ਹੋ ਗਈ ਕੋਰਟ ਮੈਰਿਜ ਦੀ। ਰੇਖਾ ਨੇ ਵੀ ਅੱਜ ਗੱਲ ਨਾ ਕੀਤੀ। ਖਿੜੇ ਮੱਥੇ ਸਿੱਲਾ ਜਿਹਾ ਬੋਲੀ। ਧਿਆਨ ਨਾਲ ਵੇਖਿਆ ਸੱਸੀ ਨੇ, ਉਹ ਤਾਂ ਅੱਧੀ ਨਹੀਂ ਰਹਿ ਗਈ ਹੋਈ। ਮੂੰਹ ਮੱਥੇ ਤੇ ਝਰੀਟਾਂ, ਹੇਠਲੇ ਬੁੱਲ ਤੇ ਗਹਿਰਾ ਚਟਾਕ, ਕਿਸੇ ਮਰਦ ਨਾਲ ਸੁੱਤੀ ਹੋਣ ਦੇ ਲੱਛਣ। ਪੁੱਛਣ ਤੇ ਦੱਸਿਆ ਰੇਖਾ ਨੇ, ਪੌੜੀਆਂ 'ਚੋਂ ਤਿਲਕ ਕੇ ਡਿੱਗ ਪਈ। ਹੁਣ ਕੁਝ ਠੀਕ ਆ, ਥੋੜਾ ਸਿਰ ਘੁੱਟਦੇ ਪੀੜ ਕਰਦਾ। ਟਾਲ ਦਿੱਤਾ ਰੇਖਾ ਨੇ। ਕੋਸ਼ਿਸ਼ ਕੀਤੀ ਆਪਣਾ ਦਰਦ ਲੁਕਾਉਣ ਦੀ। ਸੱਸੀ ਬੱਚੀ ਨਹੀਂ ਸੀ, ਸਮਝ ਗਈ ਗੱਲ ਕੋਈ ਜ਼ਰੂਰ ਹੈ ਵੀ ਖਾਸ। ਦੱਸਣਾ ਨਹੀਂ ਚਾਹੁੰਦੀ ਰੇਖਾ। ਮੰਮੀ ਵੀ ਰੱਖਦੀ ਓਲਾ। ਹੋ ਗਈ ਬੜਾ ਬੇਚੈਨ, ਖੁਦਕੁਤੀ ਜਿਹੀ ਲੱਗੀ ਹੋਈ। ਦਮੋਂ ਪਰੀ ਆ ਗਈ। ਚਾਹ ਇਕੱਠੀਆਂ ਨੇ ਪੀਤੀ, ਗੱਲਾਂ ਵੀ ਹੋਈਆਂ, ਪਰ ਸੱਸੀ ਨੂੰ ਕੁਝ ਕੰਡੇ ਵਾਂਗ ਰੜਕਦਾ ਜ਼ਰੂਰ ਰਿਹਾ। ਗੱਲਬਾਤ 'ਚ ਨਾ ਪਹਿਲਾਂ ਵਰਗਾ ਨਿੱਘ, ਨਾ ਪਿਆਰ ਦੀ ਚਾਸ਼ਨੀ। ਸਭ ਕੁਝ ਰੁੱਖਾ ਰੁੱਖਾ, ਬਨਾਵਟੀ ਤੇ ਉੱਪਰਾ ਜਿਹਾ। ਦਮੋ ਦੀਆਂ ਸੋਚਾਂ 'ਚ ਸੰਘਣੀ ਧੁੰਦ ਸੀ, ਕੌੜਾ ਧੂੰਆਂ ਸੀ। ਜ਼ਖਮੀ ਜਜ਼ਬਾਤਾਂ ਦੀ ਘੁੰਮਣ ਘੇਰੀ 'ਚ ਫਸਿਆ ਬੰਦਾ ਬਹੁਤੀ ਵਾਰ ਕਰ ਲੈਂਦਾ ਗੰਭੀਰ ਗਲਤੀਆਂ। ਜ਼ਿੰਦਗੀ ਜਿਵੇਂ ਰੁਕ ਗਈ ਸੀ ਇਸ ਪੜਾਅ ਤੇ ਆ ਕੇ। ਜ਼ਖਮੀ ਬੁੱਲਾਂ ਨੂੰ ਵੈਲਡ ਕਰ ਦਿੱਤਾ। ਇੱਕ ਠੰਡੀ ਗਹਿਰਾਈ ਚੁੱਪ ਨੇ ਉਹਦੀਆਂ ਸੱਧਰਾਂ ਤੇ ਜੰਮ ਗਈ ਸੀ ਉੱਲੀ। ਕੋਈ ਵੀ ਕੰਮ ਕਰਦੀ, ਲੰਮੀ ਪੈਂਦੀ, ਸਦਾ ਉਹਦੇ ਨਾਲ ਰਹਿੰਦੀ। ਇਹ ਯੱਖ ਚੁੱਪ ਜੋ ਸ਼ਖਸ ਕਟਾਰ ਵਾਂਗ ਚੀਰ ਗਿਆ ਮੇਰੀ
ਸੱਚੀ ਮੁਹੱਬਤ ਦੇ ਬੁੱਤ ਨੂੰ ਉਹਨੂੰ ਕੀ ਮੈਂ ਜਵਾਬ ਦੇਵਾਂ? ਇਹ ਤੋਂ ਘੱਟ ਨਹੀਂ। ਮੈਂ ਇੱਕ ਫੈਸਲਾ ਕਰ ਲਿਆ, ਟਲ ਠੋਸ। ਉਹਨੇ ਨਫ਼ਰਤ ਤੇ ਰੋਹ ਨਾਲ ਸਿਰ ਉੱਪਰ ਚੁੱਕਿਆ। ਖਾ ਕੇ ਰੋਟੀ ਰਾਤ ਦੀ ਇੱਕ ਬੈੱਡ ਤੇ ਪੈ ਗਈਆਂ ਮਾਵਾਂ ਧੀਆਂ। ਰੇਖਾ ਚਲੀ ਗਈ ਆਪਣੇ ਕਮਰੇ 'ਚ। ਤਾੜ ਕੇ ਮੌਕਾ ਦਮੋ ਨੇ ਗੱਲ ਤੋਰੀ ਸੱਸੀ ਨਾਲ, ਬੜੇ ਜ਼ਬਤ ਤੇ ਤਹੱਲਮ ਨਾਲ। ਸੱਸੀਏ, ਮੈਂ ਆਖਰੀ ਵਾਰ ਕਹਿੰਦੀ ਹਾਂ, ਬਥੇਰਾ ਸਮਝਾ ਚੁੱਕੀ ਹਾਂ ਪਹਿਲਾਂ ਵੀ। ਛੱਡ ਦੇ ਖਹਿੜਾ ਕਰਨ ਦਾ, ਮੁੱਕਰ ਜਾ ਵਿਆਹ ਤੋਂ, ਚੰਗੀ ਰਹੇਂਗੀ। ਦਮੋ ਨੇ ਹੌਕਾ ਭਰਿਆ। ਮੰਮੀ ਜੀ, ਪਤਾ ਤੁਸੀਂ ਕੀ ਕਹਿ ਰਹੇ ਹੋ? ਸੱਸੀ ਨੇ ਭਾਵਾਂ ਚੜਾਈਆਂ। ਪਤਾ ਹੈ, ਸਾਰਾ ਪਤਾ, ਤਾਂ ਹੀ ਪਈ ਆਖਨੀ ਆ। ਕੁਝ ਚੰਗਾ ਮਾੜਾ ਵਾਪਰਨ ਤੋਂ ਪਹਿਲਾਂ ਹੀ ਜਵਾਬ ਦੇ ਕਰਨ ਨੂੰ। ਮੰਮੀ ਜੀ, ਉਹ ਦੋਸਤ ਨਹੀਂ, ਹੁਣ ਹਸਬੈਂਡ ਹੈ ਮੇਰਾ। ਇਸੇ ਲਈ ਆਖਨੀ ਆ, ਪਤੀ ਬਣਾਉਣ ਤੋਂ ਪਹਿਲਾਂ ਨਾ ਕਰਦੇ, ਦੋਸਤ ਹੀ ਬਣੇ ਰਹੋ ਪਹਿਲਾਂ ਵਾਂਗ। ਜਦੋਂ ਪਤੀ ਬਣ ਜਾਂਦਾ ਹੈ ਪ੍ਰੇਮੀ, ਕੋਈ ਰਸ ਨਹੀਂ ਰਹਿੰਦਾ ਜੀਵਨ 'ਚ। ਮੰਮੀ ਜੀ, ਪਿਆਰ ਤਾਂ ਤੁਸੀਂ ਵੀ ਕੀਤਾ, ਲਵ ਮੈਰਿਜ ਕਰਵਾਈਏ। ਫਿਰ ਮੇਰੀ ਵਾਰੀ, ਦਲੀਲ ਦਿੱਤੀ ਕੁੜੀ ਨੇ। ਹਾਂ ਕੀਤਾ, ਪਰ ਸੱਚ ਦੱਸਾਂ, ਅੰਤਰਜਾਤੀ ਵਿਆਹ ਹੀ ਵੱਡਾ ਗੁਨਾਹ ਤੇ ਗਲਤੀ, ਖਾਸ ਕਰਕੇ ਜੱਟਾਂ 'ਚ। ਮਾਂ ਨੇ ਸੱਚ ਬੋਲਿਆ। ਅਸੀਂ ਤਾਂ ਦੋਵੇਂ ਜੱਟਾਂ, ਸੱਸੀ ਆਖਿਆ ਮਾਣ ਨਾਲ। ਨਹੀਂ, ਮਾਸੀ ਦੀ ਧੀ ਹੀ ਆਖਣਾ ਮੈਂ ਤੈਨੂੰ ਲੋਕਾਂ ਨੇ, ਜੱਟੀ ਨਹੀਂ ਮੰਨਣਾ ਕਿਸੇ ਵੀ। ਆਖਣ ਪਏ, ਕਰਨ ਮੈਨੂੰ ਪਿਆਰ ਕਰਦਾ ਵੀ ਰਹੇਗਾ, ਤੁਸੀਂ ਬੇਫਿਕਰ ਰਹੋ। ਬੇਟਾ, ਪਿਆਰ ਤੇ ਮੋਹ ਸਭ ਰਹਿ ਜਾਣਗੇ ਧਰੇ ਧਰਾਏ। ਇਹ ਜੱਟ ਹੁੰਦੇ ਹੀ ਬੜੇ ਭੈੜੇ ਤੇ ਭੈੜੇ, ਚੂਸ ਕੇ ਰਸ ਹੁਸਨ ਦਾ ਹੋ ਜਾਂਦੇ ਨੇ, ਗੈਰ ਬੇਗਾਨੇ। ਤਜਰਬਾ ਬੋਲਿਆ ਦਮੋਂ ਦਾ। ਤੁਸੀਂ ਤਾਂ ਖੁਦ ਇਸ਼ਕ ਕੀਤਾ ਜੱਟ ਨਾਲ, ਮੈਰਿਜ ਵੀ ਕਰਵਾਈ ਹੈ। ਮੈਨੂੰ ਕਾਹਤੋਂ ਹੋੜਦੇ ਜੇ? ਕੁੜੀ ਹਾਰ ਨਹੀਂ ਮੰਨ ਰਹੀ ਸੀ। ਬੇਟਾ, ਮੈਂ ਨਹੀਂ ਚਾਹੁੰਦੀ ਸਾਰਾ ਜੀਵਨ ਗੁਜ਼ਾਰੇ ਤੂੰ ਕੰਡਿਆਂ ਤੇ ਕਣ ਹੋ ਕੇ ਮਰੇ ਲੋਕਾਂ ਦੇ ਮਿਹਣਿਆਂ ਨਾਲ। ਪਿੰਡ ਅਸੀਂ ਰਹਿਣਾ ਹੀ ਨਹੀਂ, ਸ਼ਹਿਰਾਂ 'ਚ ਕੌਣ ਪੁੱਛਦਾ ਜਾਤਾਂ ਨੂੰ? ਸੱਸੀ ਨੇ ਨਵੀਂ ਦਲੀਲ ਦਿੱਤੀ। ਬੇਟਾ, ਹੈਗੇ ਨੇ ਉੱਥੇ ਵੀ ਪੁੱਛਣ ਵਾਲੇ। ਤੇਰੇ ਇਸੇ ਕਾਰਨ ਨਹੀਂ ਬਣ ਜਾਣਾ ਤੇਰਾ ਵੱਡਾ ਦੁਸ਼ਮਣ, ਯਾਦ ਰੱਖੀ ਮੇਰੀ ਗੱਲ। ਤੁਸੀਂ ਤੇ ਰਹਿ ਰਹੇ ਜੇ ਸ਼ਾਨ ਨਾਲ, ਪੈਸਾ, ਸਹੂਲਤਾਂ, ਸਭ ਕੁਝ ਹੈ। ਬਾਹਰੋਂ ਹੀ ਦਿਸਦਾ ਹੈ, ਜੋ ਤੂੰ ਵੇਖ ਰਹੀ ਹੈ ਜ਼ਹਿਰ ਹੈ, ਧੋਖਾ ਹੈ। ਆਖੇ ਲੱਗ ਪਿੱਛੇ ਮੁੜਾ। ਮੰਮੀ, ਹੁਣ ਪਿੱਛੇ ਨਹੀਂ ਮੁੜਿਆ ਜਾਣਾ। ਹੰਝੂ ਅਟਕ ਗਏ ਸੱਸੀ ਦੇ ਸੰਗ 'ਚ। ਅਜੇ ਵੇਲਾ, ਬਸ ਤੂੰ ਭੁੱਲ ਜਾ, ਸਮਝ ਕੁਝ ਹੋਇਆ ਹੀ ਨਹੀਂ। ਮੰਮੀ, ਮਰ ਤਾਂ ਮੈਂ ਸਕਨੀ ਆ, ਛੱਡ ਨਹੀਂ ਸਕਦੀ ਕਰਨ ਨੂੰ। ਸੱਸੀ ਨੇ ਅੱਧੀ ਰਾਤੀ ਡੁੱਬਦੇ ਦਿਲ ਨਾਲ ਖੋਲਿਆ ਅਸਲੀ ਭੇਤ। ਮੰਮਾ, ਮੈਂ ਪ੍ਰੈਗਨੈਂਟ ਹਾਂ। ਮਾਂ ਦੇ ਖੂਨ ਆ ਗਿਆ ਨੈਣਾਂ 'ਚ। ਦਿਲ ਕੀਤਾ ਥਾਂ ਮਾਰਦੇ ਧੀ ਨੂੰ ਕੁੱਟ-ਕੁੱਟ ਕੇ। ਫਿਰ ਤਰਸ ਆ ਗਿਆ ਭੋਲੀ ਸੱਸੀ ਤੇ। ਦਮੋਂ ਦੇ ਸਮੁੱਚੇ ਸਰੀਰ 'ਚੋਂ ਮੁੜਕਾ ਚੋਪਿਆ ਮੌਤ ਦੇ ਭੈ ਨਾਲ। ਸੱਸੀ ਦੀ ਲਾਸ਼ ਦੇ ਸੁਰਖ ਟੁਕੜੇ ਤੈਰਨ ਲੱਗੇ ਅੱਖਾਂ ਮੂਹਰੇ। ਉਹ ਚੰਗੀ ਤਰ੍ਹਾਂ ਸਮਝਦੀ ਹੈ, ਜਾਣਦੀ ਹੈ, ਜਿੰਨਾ ਚਿਰ ਖਤਮ ਨਹੀਂ ਹੋ ਜਾਂਦੀਆਂ ਸਮਾਜ 'ਚੋਂ ਜਾਤ ਵੰਡੀਆਂ, ਦਮੋਂ, ਸੱਸੀ ਤੇ ਰੇਖਾ ਵਰਗੀਆਂ ਹਜ਼ਾਰਾਂ ਲੱਖਾਂ ਰਹਿਣਗੀਆਂ ਵਿਲਕਦੀਆਂ ਪਿਆਰ ਦੇ ਉਜੜੇ ਰਾਹਾਂ ਤੇ। ਮਨ 'ਚ ਵਿਚਾਰਦੀ, ਉਸ ਨਾਲੋਂ ਕੁਝ ਵੀ ਵੱਖਰਾ ਨਹੀਂ ਸੀ ਵਾਪਰਿਆ ਉਹਦੀ ਧੀ ਨਾਲ। ਧੀ ਦੇ ਚੁਣੇ ਵਰਨ ਤੇ ਘਰ ਬੇਤਬਾਰੇ ਸਨ। ਪਤਾ ਨਹੀਂ ਕਿਹੜੇ ਵੇਲੇ ਢਹਿ ਜਾਣਾ ਸੀ ਘਰ ਨੇ। ਕਰਨ ਦਾ ਕੀ ਭਰੋਸਾ, ਕਦੋਂ ਉਪਰਾ ਬੇਗਾਨਾ ਹੋ ਕੇ ਛੱਡ ਜਾਏ ਸੱਸੀ ਨੂੰ ਮਾਰੂਥਲ ਵਿਚਕਾਰ। ਮਾਂ ਨੂੰ ਰੋਲਿਆ ਉਹਦੇ ਪਿੰਡ ਨੇ, ਧੀ ਨੂੰ ਬਦਨਾਮ ਕਰੂ ਸਹੁਰਾ ਪਿੰਡ। ਧੀ ਦਾ ਮੁੰਡਾ ਜਾਂ ਕੁੜੀ ਵੀ ਸੀਰਤ ਵਾਂਗ ਹੰਡਾਉਣਗੇ ਜਲੀਲ ਜ਼ਿੰਦਗੀ। ਵਕਤ ਨੇ ਲਿਆ ਖੜਾ ਕੀਤਾ ਐਸੇ ਖਤਰਨਾਕ ਮੋੜ ਤੇ, ਜਿੱਥੋਂ ਅੱਗੇ ਗੁਜ਼ਰਨਾ ਸੀ ਨੰਗੇ ਪਿੰਡੇ ਬਲਦੀ ਅੱਗ 'ਚੋਂ। ਸੱਸੀ ਤਾਂ ਸੌਂ ਗਈ ਬੇਫਿਕਰੀ ਦੀ ਨੀਂਦ। ਦਮੋਂ ਨੂੰ ਪਰ ਨੀਂਦ ਕਿਵੇਂ ਆਉਂਦੀ? ਪੁਰਾਣੇ ਸਮੇਂ ਨੂੰ ਕਰਨ ਲੱਗੀ ਯਾਦ। ਕਿੰਨੇ ਖੂਬਸੂਰਤ ਸਨ ਉਹ ਦਿਨ, ਸਰੂਰ ਨਾਲ ਭਰੇ ਹੋਏ ਲਬਾਲਬ। ਉਸ ਰੋਣ ਤੇ ਹੱਸਣ ਦਾ ਸਵਾਦ ਲੈ ਸਕਦਾ ਕੋਈ ਆਸ਼ਿਕ ਹੀ? ਮੁਹੱਬਤ ਵਰਗੀ ਬਾਦਸ਼ਾਹੀ ਤਾਂ ਮਿਲਦੀ ਕਿਸੇ ਵਿਰਲੇ ਨੂੰ। ਸੁਣ ਕੇ ਸੱਸੀ ਦੇ ਗਰਭ ਬਾਰੇ ਉਹਨੂੰ ਆਪਣੀ ਕਹਾਣੀ ਦੁਹਰਾਈ ਜਾਂਦੀ ਮਹਿਸੂਸ ਹੋਈ। ਅੱਜ ਉਹ ਰੂਬਰੂ ਸੀ ਐਸੀ ਘਟਨਾ ਦੇ, ਜਿਹਨੇ ਉਸਦੇ ਪਿੰਡੇ ਤੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਖੁਰਚ ਦੇਣਾ ਸੀ ਦੁਬਾਰਾ ਕਟਾਰ ਨਾਲ। ਸੱਸੀ ਦਾ ਭਵਿੱਖ ਤਾਂ ਉੱਕਾ ਉਜੜਿਆ ਦਿਸਦਾ ਉਹਨੂੰ ਆਪਣੇ ਆਸੇ-ਪਾਸੇ ਘੱਟੇ ਵਾਂਗ ਉੱਡਦੀਆਂ ਉੱਜਾਂ ਦਾ ਸੁਣਨ ਲੱਗਾ ਸ਼ੋਰ। ਅਗਲਾ ਸਾਰਾ ਦਿਨ ਦਮੋਂ ਨਿਕਲੀ ਨਾ ਅੰਦਰੋਂ। ਸੱਸੀ ਨਾ ਸਮਝੀ ਤਾਂ ਹੋ ਗਈ ਹਾਲੋਂ ਬੇਹਾਲ। ਨੁੱਚੜ ਗਈ ਜੀਣ ਦੀ ਸਾਰੀ ਤਮੰਨਾ। ਸੂਰਜ ਦੀ ਆਖਰੀ ਕਿਰਨ ਵੀ ਤਿਲਕ ਗਈ ਬਨੇਰਿਆਂ ਤੋਂ। ਅਣਮੰਨੇ ਜੇ ਮਨ ਨਾਲ ਉੱਠੀ ਦਮੋਂ ਬੈੱਡ ਤੋਂ ਨਹਾ ਕੇ ਰੋਟੀ ਟੁੱਕ ਕਰਨ ਲੱਗੀ। ਰੇਖਾ ਤੇ ਸੱਸੀ ਨੇ ਡਿਨਰ ਕਰ ਲਿਆ। ਉਸ ਪਰ ਮੂੰਹ ਨਾ ਲਾਇਆ ਕਿਸੇ ਚੀਜ਼ ਨੂੰ। ਸੁੱਚਾ ਘਰ ਨਹੀਂ ਆ ਰਿਹਾ ਕਈ ਦਿਨਾਂ ਤੋਂ। ਸੀਰਤ ਪਟਿਆਲੇ ਗਿਆ ਹੋਇਆ। ਸਵੇਰੇ ਕੋਠੀ 'ਚ ਮਚੀ ਹੋਈ ਹਾਹਾਕਾਰ। ਸੱਸੀ ਬਿਸਤਰੇ 'ਚ ਮਰੀ ਪਈ, ਦਮੋਂ ਲਟਕੀ ਹੋਈ ਪੱਖੇ ਨਾਲ। ਭੀੜ ਲੱਗੀ ਹੋਈ ਕੋਠੀ ਵਿੱਚ ਲੋਕਾਂ ਦੀ। ਝੱਲਿਆ ਨਾ ਜਾਂਦਾ ਰੇਖਾ ਦਾ ਵਿਰਲਾਪ। ਸੁੱਚਾ ਫੌਰੀ ਪਹੁੰਚ ਗਿਆ। ਸਰਪੰਚ ਜਗੀਰ ਨੂੰ ਲੱਗਾ ਪਤਾ ਤਾਂ ਉਹ ਵੀ ਆ ਗਿਆ। ਘਟਨਾ ਹੁੰਦੀ ਹੈ ਬੜੀ ਖਤਰਨਾਕ ਤੇ ਦਰਦਨਾਕ। ਮਾਂ ਧੀ ਨੇ ਇਕੱਠਿਆਂ ਖੁਦਕੁਸ਼ੀ ਕਿਉਂ ਕੀਤੀ? ਹੋਰ ਮਸਲਾ ਹੁੰਦਾ ਜਗੀਰ ਕਰਦਾ ਮੋਟੀ ਕਮਾਈ ਪੁਲਿਸ ਨਾਲ ਰਲ ਕੇ, ਪਰ ਇਹ ਮਸਲਾ ਹੁੰਦਾ ਬੜਾ ਗੰਭੀਰ। ਸਾਰੇ ਆਪਣੇ ਅਸੂਲ ਛਿੱਕੇ ਟੰਗ ਕੇ ਉਹਨੇ ਮਦਦ ਕੀਤੀ। ਅਸਲ ਮੰਤਵ ਹੁੰਦਾ ਹੈ
ਨਾਲ ਜੋੜਨਾ ਸੁੱਚੇ ਨੂੰ ਸਦਾ ਲਈ ਆਖਿਆ ਸੁੱਚੇ ਨੂੰ, ਜੇ ਕਿਸੇ ਜਾ ਦੱਸਿਆ ਪੁਲਿਸ ਨੂੰ ਝੰਜਟ ਪੈ ਜੂ ਲੰਮਾ ਚੌੜਾ, ਲੱਖਾਂ ਰੁਪਏ ਜਾਣਗੇ ਫਾਲਤੂ, ਉਹ ਲਾਸ਼ਾਂ ਲਿਜਾ ਕੇ ਕਰਾਉਣਗੇ ਪੋਸਟਮਾਰਟਮ, ਕੇਸ ਵੀ ਪੈ ਸਕਦਾ ਤੇਰੇ ਤੇ। ਰੇਖਾ ਦੀ ਪੁੱਛਗਿੱਛ ਕਰਨਗੇ ਬੁਲਾ ਕੇ ਥਾਣੇ, ਬਸ ਇੱਕ ਹੀ ਹਾਲਾ ਮਿੱਤਰਾ, ਫੌਰੀ ਸੰਸਕਾਰ ਕਰ ਦਈਏ। ਮਿੱਟੀ ਦਾ ਮਾਧੋ ਬਣੇ ਸੁੱਚੇ ਨੇ ਸਿਰ ਹਿਲਾਇਆ ਸਹਿਮਤੀ 'ਚ। ਸਰਪੰਚ ਨੇ ਲਾਈ ਡਿਊਟੀ 94 ਮੁੰਡਿਆਂ ਦੀ। ਉਹਨਾਂ ਪ੍ਰਬੰਧ ਕੀਤਾ ਬਿਜਲੀ ਦੀ ਤੇਜ਼ੀ ਨਾਲ। ਮਾਂ ਧੀ ਨੂੰ ਨੁਹਾ ਕੇ ਔਰਤਾਂ ਪਾਤਾ ਇੱਕੋ ਫੱਟੇ ਤੇ ਦੁਪਹਿਰ ਹੋਣ ਤੋਂ ਪਹਿਲਾਂ ਰਾਖ ਬਣ ਗਈਆਂ ਮਾਵਾਂ ਧੀਆਂ, ਕਈ ਗੁੱਝੇ ਰਾਜ਼ ਛੁਪਾ ਕੇ। ਅਖੀਰਲਾ ਕਾਂਡ 23ਵਾਂ। ਕੋਠੀ 'ਚ ਰਹਿ ਗਏ ਹੁਣ 3 ਜੀ। ਦਮੋ ਤੇ ਸੱਸੀ ਦੀ ਘਟਨਾ ਨਾਲ ਸੀਰਤ ਤੇ ਰੇਖਾ ਬੁਰੀ ਤਰ੍ਹਾਂ ਝੰਜੋੜੇ ਗਏ, ਪਰੇਸ਼ਾਨ ਤੇ ਸ਼ਰਮਸਾਰ ਹੋ ਗਏ। ਮਾਂ ਧੀ ਦਾ ਕਰਨਾ ਖੁਦਕੁਸ਼ੀ ਇਕੱਠਿਆਂ ਬੇਸ਼ੁਮਾਰ ਸ਼ੱਕੇ ਖੜੇ ਕਰ ਗਿਆ। ਲੋਕਾਂ ਦੀ ਲਤੀ ਦਿਮਾਗਾਂ 'ਚ ਭਾਰੀ ਬਰੋਬੀ ਹੋਈ। ਸਮਾਜ 'ਚ ਕੋਈ ਹਿਰਖ ਅਫਸੋਸ ਜਾਂ ਦੁੱਖ ਨਹੀਂ ਹੁੰਦਾ ਸੁੱਚੇ ਨੂੰ ਦੋਵਾਂ ਦੇ ਮਰਨ ਦਾ, ਸਗੋਂ ਗਲੋਂ ਗਲਾਵਾਂ ਲੱਥਾ ਸਮਝਦਾ। ਆਪਣਾ ਰਾਹ ਪੱਧਰਾ ਹੋ ਗਿਆ ਲੱਗਾ। ਰੇਖਾ ਨਾਲ ਵਿਆਹ ਕਰਨ ਲਈ ਵੱਡੀ ਰੁਕਾਵਟ ਸਮਝਦਾ ਹੁੰਦਾ ਦਮੋ ਨੂੰ। ਕੋਠੀ ਦਾ ਮਾਹੌਲ ਭਰ ਗਿਆ ਦਹਿਸ਼ਤ ਦੇ ਖੌਫ ਨਾਲ, ਸਹਿਮ ਤੇ ਘੁੱਟਣ 'ਚ ਤੜਫਦੇ ਜ਼ਖਮੀ ਪੰਛੀ ਵਰਗਾ। ਸੱਸੀ ਦੀ ਮੌਤ ਪਿੱਛੋਂ ਦੁਨੀਆ ਉੱਜੜ ਗਈ ਕਰਨ ਦੀ। ਜਦੋਂ ਕਦੇ ਰੇਖਾ ਮਿਲਦੀ ਸ਼ਹਿਰ ਰੋਂਦਾ ਭੁੱਬਾ ਮਾਰ ਕੇ, ਰੇਖਾ ਹੌਸਲਾ ਦਿੰਦੀ, ਆਖਦੀ ਮੈਂ ਕਰਾਂਗੀ ਤੇਰੇ ਨਾਲ ਵਿਆਹ, ਦੱਸ ਸੱਸੀ ਤੋਂ ਮੈਂ ਘੱਟ ਸੋਹਣੀ ਆ? ਕਰਨ ਅੰਦਰਾਂ ਤੱਕ ਵਿਲਕ ਪੈਂਦਾ, ਸੋਹਣੀ ਤਾਂ ਜ਼ਰੂਰ, ਉਸ ਤੋਂ ਵੀ ਵੱਧ ਏ, ਪਰ ਤੂੰ ਸੱਸੀ ਤੇ ਨਹੀਂ ਨਾ ਬਣ ਜਾਣਾ। ਮੇਰਾ ਤਾਂ ਬੱਚਾ ਵੀ ਖਾ ਲਿਆ ਜਾਤ ਦੇ ਦੈਂਤ ਨੇ। ਪਰਲ ਪਰਲ ਹੰਝੂ ਕੇਰਦਾ ਚਲਾ ਜਾਂਦਾ ਉਹ ਠੇਕੇ ਨੂੰ। ਰੇਖਾ ਧੁਰ ਰੂਹ ਤੱਕ ਭਰ ਜਾਂਦੀ ਤਿੱਖੀ ਪੀੜ ਨਾਲ। ਸਾਲ ਬੀਤ ਗਿਆ, ਜਿਵੇਂ ਸ਼ਰੀਕ ਕੋਈ ਲੰਘ ਗਿਆ ਹੋਵੇ ਕੋਲੋਂ ਦੀ। ਪਾਸਾ ਵੱਟ ਕੇ ਮੂੰਹ ਮੋੜ ਕੇ ਸ਼ਾਮ ਨੂੰ ਸੁੱਚਾ ਘਰ ਆਉਂਦਾ, ਆਜ਼ਾਦ ਤੇ ਬੇਖੌਫ। ਦਮੋਂ ਰਹੀ ਨਾ ਸੱਸੀ, ਸੀਰਤ ਨੂੰ ਸਮਝਦਾ ਟੁੱਕ ਤੇ ਡੇਲਾ। ਰੇਖਾ ਨੂੰ ਵਿਆਹ ਲਈ ਮਜਬੂਰ ਕਰਦਾ, ਧਮਕੀ ਦਿੰਦਾ ਘਰੋਂ ਕੱਢ ਦੇਣ ਦੀ। ਰੇਖਾ ਸੋਚਦੀ ਮੈਨੂੰ ਪ੍ਰਾਪਤ ਕਰਨ ਲਈ ਸੁੱਚਾ ਹਰ ਹੀਲਾ ਵਰਤੇਗਾ। ਮਰਦ ਦੀ ਔਰਤ ਲਈ ਭੁੱਖ, ਤਰਸੇਵਾਂ, ਕਮੀਨਗੀ, ਵਹਿਸ਼ੀਪੁਣਾ, ਜ਼ਬਰਦਸਤੀ, ਤਰਲੇ, ਮਿੰਨਤਾਂ, ਲਿਲਕੜੀਆਂ, ਪੈਰੀਂ ਪੈਣਾ, ਕਸਮਾਂ ਖਾਣਾ, ਖੌਫ ਜ਼ੁਦਾ ਕਰਨਾ, ਲੋਭ, ਲਾਲਚ, ਧੋਖਾ, ਫਰੇਬ, ਸਭ ਹਾਲਤਾਂ 'ਚੋਂ ਲੰਘੀ ਹੋਈ ਰੇਖਾ। ਉਹ ਤੋਂ ਗੁੱਝੀ ਛਿਪੀ ਨਹੀਂ। ਸੁੱਚੇ ਵਰਗੇ ਅੱਧ ਬੁੱਢ ਦੇ ਕਰੋੜ ਮਰਦਾਂ ਦੀ ਹਵਸ ਉਹ ਜਾਣਦੀ ਸੁੱਚਾ ਮਰਿਆ ਪਿਆ। ਮੇਰੇ ਹੁਸਨ ਤੇ ਜਵਾਨੀ ਤੇ ਜੱਟ ਵਾਧਾ ਤਾਂ ਫਾਹੇ ਲੱਗ ਜਾਂਦਾ ਔਰਤ ਲਈ, ਮੈਂ ਤਾਂ ਫਿਰ ਸਾਲੀ ਆਂ, ਕੁਆਰੀ ਆਂ। ਭੁੱਲਾ ਨਹੀਂ ਰੇਖਾ ਨੂੰ ਸੁੱਚੇ ਦਾ ਰੇਪ। ਉਹ ਬਦਲਾ ਲੈਣਾ ਚਾਹੁੰਦੀ ਆਪਣੀ ਹੱਤਕ ਦਾ। ਹਾਲ ਦੀ ਘੜੀ ਫਸੀ ਹੋਈ ਵਿਗੜ ਗਏ ਹਾਲਤਾਂ ਦੇ ਮਾਰੂ ਦੰਦਿਆਂ 'ਚ। ਅਖੀਰ ਉਹਨੇ ਸਾਰੀ ਗੱਲ ਖੋਲਤੀ ਸੀਰਤ ਨਾਲ। ਕਿਵੇਂ ਕਰਦਾ ਸੁੱਚਾ ਮਜਬੂਰ ਉਹਨੂੰ ਵਿਆਹ ਲਈ। ਸੀਰਤ ਨਹੀਂ ਸੀ ਵੇਖ ਸਕਦਾ ਆਪਣੀ ਮੁਹੱਬਤ ਨੂੰ ਬੇਰਹਿਮ ਝੱਖੜ ਦੀ ਮਾਰ ਹੇਠ। ਸਾਰੀ ਪਲਾਨ ਸਮਝਾ ਦਿੱਤੀ ਰੇਖਾ ਨੇ। ਦੋਹਾਂ ਨੇ ਅਣਕਿਆਸੀ ਚੁੱਪ ਵਿੱਚ ਹੋ ਕੇ ਬੇਹਾਲ ਵੇਖਿਆ ਇੱਕ ਦੂਜੇ ਵੱਲ। ਉਹਨਾਂ ਦੇ ਨੈਣਾਂ 'ਚ ਭਵਿੱਖ ਦੇ ਜਗਦੇ ਸੁਪਨਿਆਂ ਦਾ ਵਿਸ਼ਵਾਸ ਲਿਸ਼ਕੋਰਾ ਮਾਰਦਾ ਸੀ। ਬਣਾਈ ਯੋਜਨਾ ਅਨੁਸਾਰ ਸੀਰਤ ਚਲਾ ਗਿਆ ਸ਼ਹਿਰ। ਕੁਝ ਦਿਨ ਰੇਖਾ ਨੂੰ ਲੱਗਾ ਬੜਾ ਡਰ। ਸੁੱਚੇ ਵੱਲੋਂ ਕੀਤਾ ਜ਼ਬਰ ਜਨਾਹ ਦਿੰਦੀਆਂ ਧਮਕੀਆਂ ਉਹ ਭੁੱਲੀ ਨਾ ਕਦੇ ਵੀ। ਹੁਣ ਸਮਝਦੀ ਇੰਜ ਨਹੀਂ ਕਰ ਸਕਦਾ, ਡਰਦਾ। ਵਿਆਹ ਦੀ ਗੱਲ ਹੁੰਦੀ ਬੜੇ ਨਾਜ਼ੁਕ ਮੋੜ ਤੇ। ਰੇਖਾ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਸੁੱਚੇ ਨੇ ਖੁਸ਼ੀ ਨਾਲ। ਉਹਨੇ ਅੱਧੀ ਜ਼ਮੀਨ, ਕਈ ਪਲਾਟ, ਬੈਂਕ ਖਾਤੇ, ਪਿੰਡ ਦੇ ਸ਼ਹਿਰ ਵਾਲੀਆਂ ਕੋਠੀਆਂ ਰਜਿਸਟਰੀ ਕਰਤੀ ਰੇਖਾ ਦੇ ਨਾਂ। ਇਹ ਸਭ ਹੋਇਆ ਸਰਪੰਚ ਜਗੀਰ ਦੀ ਸਲਾਹ ਨਾਲ। ਸਰਪੰਚ ਸੋਚਦਾ ਪਹਿਲੀ ਗੱਲ ਕਦੇ ਵਿਆਹ ਨਹੀਂ ਕਰਾਏਗੀ ਰੇਖਾ ਇਸ ਅਮਲੀ ਬੁੱਢੇ ਨਾਲ। ਰੇਖਾ ਨੇ ਖੇਤੀ ਤਾਂ ਕਰਨੀ ਨਹੀਂ, ਨਾ ਉਸ ਰਹਿਣਾ ਪਿੰਡ। ਜ਼ਰੂਰ ਵੇਚੇਗੀ ਕੋਠੀ ਤੇ ਜ਼ਮੀਨ, ਹੋ ਸਕਦਾ ਵੇਚ ਦੇਵੇ ਡੈਰੀ ਵੀ, ਤੇ ਸਭ ਪ੍ਰਾਪਤ ਕਰਨਾ ਮੈਂ ਕੌਡੀਆਂ ਦੇ ਭਾਅ ਰੇਖਾ ਕੋਲੋਂ। ਸੁੱਚਾ ਸਮਝਦਾ ਮਾਸ਼ੀ ਸਾਲੀ ਲਾਲਚੀ ਆ, ਵਿਆਹ ਤਾਂ ਹੋ ਹੀ ਜਾਣਾ, ਜਾਇਦਾਦ ਕਿਤੇ ਭੱਜ ਥੋੜਾ ਚੱਲੀ ਹੈ, ਮੇਰੇ ਨਾਲ ਹੋਈ ਜਾਂ ਉਹਦੇ। ਉਹ ਡੁੱਬ ਚੁੱਕਾ ਹੋਇਆ ਗਲ ਗਲ ਸੈਕਸ ਵਿੱਚ। ਜਦੋਂ ਚਲਾ ਜਾਂਦਾ ਦੁਕਾਨ ਤੇ ਸੁੱਚਾ ਸੀਰਤ ਤੇ ਰੇਖਾ ਇਸ਼ਕ ਭੋਰਦੇ ਲੰਮਾ ਸਮਾਂ ਮੋਬਾਈਲ ਤੇ। ਰੇਖਾ ਦੱਸਦੀ ਇਹ ਕਰ ਰਿਹਾ ਸਭ ਔਰਤ ਵਾਸਤੇ। ਬੁੱਢੇ ਬਾਰੇ ਕੁੜੀ ਭਾਲਦਾ 20 ਸਾਲ ਦੀ। ਕੋਈ ਮੁੰਡਾ ਥੋੜਾ ਬਣ ਜਾਂਦਾ ਹੈ ਵਾਲ ਕਾਲੇ ਕਰਕੇ। ਮੇਰੇ ਤਾਂ ਮਗਰ ਹੀ ਪੈ ਗਿਆ ਉਂਤਰੀ ਜਨੈਤ। ਮੈਨੂੰ ਤਾਂ ਚਾਹੀਦਾ ਤੇਰੇ ਵਰਗਾ ਗੱਭਰੂ। ਜੋ ਵੀ ਸੁੱਚਾ ਨਾ ਕਰਾਈ ਜਾਂਦਾ ਰੇਖਾ ਦੇ, ਉਹ ਦੱਸੀ ਜਾਂਦੀ ਸੀਰਤ ਨੂੰ। ਕਦੇ ਰਾਤ ਨੂੰ ਆਪਣੇ ਕਮਰੇ 'ਚ ਪਈ ਰੇਖਾ ਸੋਚਦੀ ਸੀਰਤ ਦਾ ਸੁਣ ਕੇ ਨਾ ਕਿੰਨਾ ਮੱਚਦਾ ਹੈ। ਮੇਰਾ ਤਾਂ ਉਹ ਹਾਣੀ ਹੈ ਮੁਹੱਬਤ ਦਾ ਦਰਿਆ, ਬਰਾਬਰ ਦੀ ਅੱਗ, ਸੱਜਰੀ ਤਾਜ਼ੀ ਬਲਨ ਬਲਨ ਕਰਦੀ। ਇਹ ਹੰਭਿਆ ਹਾਰਿਆ ਬੁੱਢਾ ਖੋਸੜ ਧੁੱਖ ਤਾਂ ਸਕਦਾ, ਅੱਗ ਨਹੀਂ ਬਣ ਸਕਦਾ। ਸੁੱਚੇ ਨੇ ਚਾਰਾ ਬੜਾ ਕੀਤਾ। ਰੇਖਾ ਨੇ ਨੇੜੇ ਨਾ ਲੱਗਣ ਦਿੱਤਾ। ਆਖਿਆ ਸਾਰੀ ਉਮਰ ਇਕੱਠਿਆਂ ਹੀ ਰਹਿਣਾ, ਨੌਕਰੀ ਮਿਲਦਿਆਂ ਹੀ ਆਪਾਂ ਕਰ ਲੈਣਾ ਵਿਆਹ। ਰਤੀ ਵਸਾ ਨਾ ਖਾਂਦੀ ਸੁੱਚੇ ਦਾ, ਜੰਦਰੇ ਕੁੰਡੇ ਲਾ ਕੇ ਸੌਂਦੀ ਰਾਤ ਨੂੰ। ਇੱਕ ਦਿਨ ਅਚਾਨਕ ਸੀਰਤ ਆ ਗਿਆ ਸ਼ਾਮ ਨੂੰ। ਰੇਖਾ ਥੋੜਾ ਉਦਾਸ ਪਰ ਬਹੁਤ ਖੁਸ਼ ਹੋਈ।
ਹੱਸ ਜਿਹਾ ਪਈ। ਨਹੀਂ ਸਬਰ ਹੋਇਆ ਵਿਚਾਰੇ ਤੋਂ। ਨਿਰੀਆਂ ਯਾਦਾਂ ਜਾਂ ਫੋਨ ਕਰਕੇ ਨਹੀਂ ਕੱਟੀ ਜਾਂਦੀ ਜਵਾਨੀ। ਜਵਾਨ ਜਿਸਮ ਨੂੰ ਲੋੜ ਹੁੰਦੀ ਹੈ। ਮੇਰਾ ਵੀ ਕਦੋਂ ਸਰਦਾ। ਅੱਧੀ ਰਾਤ ਤੋਂ ਪਹਿਲਾਂ ਹੀ ਸੀਰਤ ਚਲਾ ਗਿਆ ਰੇਖਾ ਦੇ ਕਮਰੇ 'ਚ। ਸੁੱਚਾ ਹੁੰਦਾ ਜਾਗਦਾ ਵੇਖ ਕੇ ਜਾਂਦੇ ਸੀਰਤ ਨੂੰ ਉਹ ਵੀ ਮਗਰੇ ਗਿਆ। ਜਾ ਖਲੋਤਾ ਕਮਰੇ ਦੇ ਬਾਹਰ ਦਰਵਾਜ਼ੇ ਕੋਲ। ਅੰਦਰੋਂ ਆਉਂਦੀ ਆਵਾਜ਼ ਸਾਫ਼ ਸੁਣਾਈ ਦੇਵੇ, ਸੀਰਤ ਤੂੰ ਜਲਦੀ ਕਿਉਂ ਆ ਗਿਆ? ਇੱਕ ਪਲਾਟ ਅਜੇ ਰਹਿ ਗਿਆ ਮੇਰੇ ਨਾਂ ਲੱਗਣਾ। ਹਾਈ ਹੌਲੀ, ਮੈਂ ਨਹੀਂ ਰਹਿ ਸਕਦਾ ਤੇਰੇ ਬਗੈਰ। ਚੱਲ ਕੋਰਟ ਮੈਰਿਜ ਕਰ ਲਈਏ। ਤੇਰੀ ਮੈਰਿਜ ਤਾਂ ਕਈ ਸਾਲਾਂ ਤੋਂ ਹੋਈ ਮੇਰੇ ਨਾਲ ਅਜੇ ਕੋਈ ਕਸਰ ਬਾਕੀ ਹੈ? ਹਾਸਾ ਛਣਕਿਆ ਰੇਖਾ ਦਾ। ਬੁੱਢੇ ਨੂੰ ਚੂਪ ਲੈ ਅੰਬ ਵਾਂਗ, ਇਹਦੇ ਪੱਲੇ ਕਾਹਣੀ ਕੌਡੀ ਨਾ ਰਹੇ। ਫੇਰ ਅੰਦਰ ਦੇ ਬੋਲਾਂ ਨੇ ਲਿਬਾਸ ਪਹਿਨ ਲਿਆ ਹਨੇਰੇ ਦਾ। ਸੁੱਚਾ ਸੁਣ ਕੇ ਬੌਂਦਲ ਗਿਆ। ਸਾਰੀ ਹਕੀਕਤ ਨੰਗੀ ਹੋ ਗਈ। ਅੱਜ ਪਹਿਲੀ ਵਾਰ ਕਰਕੇ ਯਾਦ ਦਮੋਂ ਨੂੰ ਉਹ ਗੁੱਜੀਆਂ ਧਾਹਾਂ ਮਾਰ ਕੇ ਰੋ ਪਿਆ। ਉਸ ਨਾਲ ਕੀਤਾ ਸਲੂਕ ਲਾਹਨਤਾਂ ਪਾਉਣ ਲੱਗਾ ਜ਼ਮੀਰ ਨੂੰ। ਹੇਠਾਂ ਆ ਕੇ ਡਿੱਗ ਪਿਆ ਮੰਜੇ ਤੇ ਲਾਸ਼ ਵਾਂਗ। ਫਿਰ ਸਬੂਤਾ ਦੀਆਂ ਪੀਤਾ ਕਰਕੇ ਦਿਲ ਟਿਕਾਣੇ ਸੋਚਣ ਲੱਗਾ। ਮਤਲਬ ਮਿਕ ਮਿਲੀ ਹੈ ਦੋਵਾਂ ਦੀ। ਖੌਰੇ ਕਦੋਂ ਦੇ ਸਬੰਧ ਚੱਲ ਰਹੇ ਇਹਨਾਂ ਦੇ। ਤੇ ਜੇ ਸੀਰਤ ਨਾ ਸ਼ਹਿ ਦੇਵੇ ਕੁੱਤੀ ਮਾਸ਼ੀ ਨੂੰ ਤਾਂ ਕਰ ਲਾਂ ਮੈਂ ਮਿੰਟ 'ਚ ਸਿੱਧੀ। ਚੰਗਾ ਨਾ ਕੀਤਾ ਮੈਂ। ਸਾਰੀ ਜਾਇਦਾਦ ਰੇਖਾ ਦੇ ਨਾਂ ਕਰਕੇ। ਹੋ ਸਕਦਾ ਕਰਜ਼ੇ, ਧੋਖਾ। ਵਿਸਾਖੀ ਆਉਣ ਵਾਲੀ ਹਫ਼ਤੇ ਤੱਕ। ਦਿਨ ਦੀ ਚੜ੍ਹਾਈ ਤੋਂ ਪਲ ਕੁ ਪਹਿਲਾਂ ਸੁੱਚੇ ਨੇ ਧਾਹ ਮਾਰੀ ਕੋਠੀ 'ਚ। ਰੌਲਾ ਪਾਇਆ, ਲੋਕੋਂ ਮੈਂ ਪੱਟਿਆ ਗਿਆ, ਲੁੱਟਿਆ ਗਿਆ ਵੇ। ਇੱਕ ਦਰਦਨਾਕ ਚੀਕ ਟਕਰਾਈ ਹਵਾ ਦੇ ਪਿੰਡੇ ਨਾਲ। ਸਾਰਾ ਪਿੰਡ ਭੱਜਿਆ ਕੋਠੀ ਵੱਲ। ਖਬਰ ਫੈਲ ਗਈ ਹਵਾ ਵਾਂਗ ਚਾਰੇ ਪਾਸੇ। ਸੀਰਤ ਮਰ ਗਿਆ ਕਰੰਟ ਲੱਗ ਕੇ। ਸਿਆਣੇ ਬੰਦਿਆਂ ਵੇਖਿਆ ਸੀਰਤ ਆਕੜਿਆ ਪਿਆ ਤਖਤੇ ਵਾਂਗ। ਰੇਖਾ ਗਈ ਹੋਈ ਜਲੰਧਰ ਪਿੱਛੋਂ ਵਾਪਰ ਗਿਆ ਇਹ ਹਾਦਸਾ, ਦੁਰਘਟਨਾ। ਅਗਲੇ ਦਿਨ ਆਈ ਰੇਖਾ ਸੁਣ ਕੇ ਰੁੱਖ ਵਾਂਗ ਥਾਂ ਤੇ ਗੱਡੀ ਗਈ। ਵਗ ਪਈਆਂ ਧਾਰਾਂ ਨੀਰ ਦੀਆਂ ਨੈਣਾਂ 'ਚੋਂ। ਭਾਫਾਂ ਛੱਡਦੇ ਹੰਝੂਆਂ ਦੀ ਅੱਗ ਨੇ ਸਾੜ ਸੁੱਟਿਆ ਕੂਲੇ ਪੱਟ ਸਰੀਰ ਨੂੰ। ਹੋਸ਼ ਨਾ ਰਹੀ ਦੀਨ ਦੁਨੀਆ ਦੀ। ਸੀਰਤ ਨੂੰ ਕਰਦੀ ਹੁੰਦੀ ਏ ਗੂੜੀ ਮੁਹੱਬਤ। ਬਰਦਾਸ਼ਤ ਕਰਨਾ ਸੰਭਵ, ਪਰ ਕਰਨਾ ਪੈਂਦਾ। ਹਰ ਦੁਖੀ ਕਰਦਾ ਜਰਦਾ ਦਸਤੂਰ ਆ ਜ਼ਮਾਨੇ ਦਾ। ਜੁਗਾਂ ਤੋਂ ਸੀਰਤ ਨਾਲ ਰਲ ਕੇ ਲਏ ਸੁਪਨੇ ਜੀਣ ਦੇ ਸ਼ਿਕਾਰ ਹੋਣ ਤੋਂ ਪਹਿਲਾਂ ਹੀ ਨਸ਼ਟ ਹੋ ਗਏ। ਬਰਬਾਦ ਤੇ ਤਬਾਹ ਹੋ ਗਏ। ਖਖੜੀ ਹੋ ਕੇ ਬਿਖਰ ਗਏ। ਹਰ ਰੀਝ ਦਾ ਰੰਗ ਹੋ ਗਿਆ ਸੁਆਹ ਵਰਗਾ। ਉਜਾੜ ਪੱਸਰ ਗਈ ਕੋਠੀ ਦੇ ਹਰ ਕੋਨੇ 'ਚ। ਸੁਨਹਿਰੀ ਦੁਪਹਿਰਾ ਉਹਦੇ ਹਾਸਿਆਂ ਦੀਆਂ ਰਾਤਾਂ ਤੋਂ ਵੀ ਹੋ ਗਈਆਂ ਹਨੇਰੀਆਂ। ਹੁਣ ਦੋ ਜੀ ਰਹਿ ਗਏ ਕੋਠੀ 'ਚ। ਰੇਖਾ ਨਾ ਪਾ ਸਕੀ ਸੀਰਤ ਨੂੰ। ਅੰਗਿਆਰਾਂ ਤੇ ਰੱਖਣ ਵਾਲੀ ਗੱਲ ਹੋ ਗਈ। ਫੁੱਲਾਂ ਦੇ ਕੋਮਲ ਗੁੱਛਿਆਂ ਨੂੰ ਦਿਲ ਮੱਚਦਾ ਪਰ ਧੂੰਆਂ ਨਾ ਬਾਹਰ ਨਿਕਲਦਾ। ਹੰਝੂ ਵਗਦੇ ਖੂਨ ਦੇ ਅੱਖਾਂ ਪਰ ਸੁੱਕੀਆਂ। ਕਈ ਮਹੀਨਿਆਂ ਤੋਂ ਹੁੰਦੀ ਡੀਕਦੀ ਕਿਸੇ ਅਣਹੋਣੀ ਘਟਨਾ ਨੂੰ। ਦਿਲ ਆਖਦਾ ਸੁੱਚਾ ਕਾਰਾ ਕੋਈ ਜ਼ਰੂਰ ਕਰੇਗਾ, ਪਰ ਇਹ ਨਹੀਂ ਉਮੀਦ ਹੁੰਦੀ ਆਪਣਾ ਮੁੰਡਾ ਹੀ ਮਾਰ ਦੇਗਾ ਇੱਕ ਔਰਤ ਨੂੰ ਪਾਉਣ ਲਈ। ਕੋਠੀ ਦੇ ਹਰ ਕੋਨੇ 'ਚੋਂ ਨਿਕਲਦੀਆਂ ਲਾਟਾਂ ਅੱਗ ਦੀਆਂ। 3-4 ਮਹੀਨੇ ਚੁੱਪ ਰਿਹਾ ਸੁੱਚਾ। ਗੱਲ ਨਾ ਕਰਦਾ ਰੇਖਾ ਨਾਲ ਵੀ। ਹਰ ਸਮੇਂ ਡੱਕਿਆ ਹੁੰਦਾ ਸ਼ਰਾਬ ਨਾਲ। ਸ਼ਰਾਬ ਦੇ ਸਮੈਕ ਨਾਲ ਗੁੱਟ ਹੋ ਕੇ ਉੱਚੀ ਉੱਚੀ ਰੋਂਦਾ, ਵਾਜਾਂ ਮਾਰਦਾ ਸੀਰਤ ਨੂੰ ਜਿਵੇਂ ਗਿੱਦੜ ਹੁਆਂਕਦੇ ਹੋਣ ਰੋਹੀ 'ਚ। ਖੇਖਣ ਤੇ ਪਲਾਲ ਵੇਖ ਕੇ ਸੁੱਚੇ ਦੇ ਰੇਖਾ ਦਾ ਅੰਦਰ ਮੱਚਦਾ, ਕਲਪਦਾ। ਦਿਲ ਕਰਦਾ ਕਿਤੇ ਭੱਜ ਜਾਏ। ਲਗਭਗ ਸਾਰੀ ਜਾਇਦਾਦ ਹੋਈ ਨਾ ਉਹਦੇ। ਆਪਣੇ ਹੀ ਘਰੋਂ ਕੋਈ ਕਿੱਥੇ ਜਾਵੇ। ਕਦੇ ਸੋਚਦੀ ਕੀਮਤੀ ਬੰਦਾ ਤਾਂ ਜਾਂਦਾ ਰਿਹਾ, ਹੁਣ ਉਹਨੂੰ ਘਰ ਦੇ ਲੁੱਟੇ ਜਾਣ ਦਾ ਕਾਹਦਾ ਡਰ। ਅਖੀਰ ਸੁੱਚੇ ਨੇ ਚਿਹਰੇ ਤੋਂ ਗਮ ਦਾ ਨਕਾਬ ਪਾੜਤਾ, ਲੰਗਾਰ ਕਰਤਾ। ਵਿਆਹ ਲਈ ਤੰਗ ਕਰਨ ਲੱਗਾ ਰੇਖਾ ਨੂੰ। ਸੋਚਦਾ ਸਾਰੇ ਰਾਹ ਬੰਦ ਕਰਤੇ, ਕਿੱਥੇ ਜਾਊਗੀ ਦੌੜ ਕੇ। ਪਤਾਲ 'ਚੋਂ ਕੱਢ ਲਿਆ ਕੁੱਤੀ ਮਾਸ਼ੀ ਨੂੰ। ਹਰ ਮਨੁੱਖ ਨੂੰ ਖੁਦ ਭਰਨਾ ਪੈਂਦਾ ਆਪਣਾ ਸਖਣਾਪਣ। ਸੁੰਦਰ ਔਰਤ ਕੈਦ ਕਰ ਲੈਂਦੀ ਹੈ ਮਰਦ ਨੂੰ ਆਪਣੇ ਹੁਸਨ ਦੇ ਜਾਦੂ ਨਾਲ, ਪਰ ਜਦੋਂ ਬੰਦਾ ਹੋ ਜਾਂਦਾ ਲਾਲਚੀ ਤੀਵੀਂ ਦੀ ਤਾਂ ਉਹ ਸਮਾਂ ਹੁੰਦਾ ਭਿਆਨਕ ਤਬਾਹ ਕੌਣ। ਸੁੱਚਾ ਹੁਣ ਆਪਣੀ ਉਮਰ ਨਾਲੋਂ 10-15 ਵਰ੍ਹੇ ਝਾੜ ਕੇ ਰਹਿੰਦਾ, ਵਹਿਮ ਕਰਦਾ। ਅਖੀਰ ਬਣਾ ਹੀ ਲਿਆ ਰੇਖਾ ਨੂੰ ਆਪਣੀ। ਹੁਣ ਕੌਣ ਖੋ ਸਕਦਾ ਹੈ। ਸੀਰਤ ਦੀ ਹੌਂ ਤੇ ਕਿਵੇਂ ਰਹੀ ਵਿਟਰਦੀ। ਹੁਣ ਭਲਾ ਕਿੱਥੇ ਜਾਊ ਭੱਜ ਕੇ। ਕਰਨਾ ਹੀ ਪੈਣਾ ਮੇਰੇ ਨਾਲ ਵਿਆਹ। ਰੇਖਾ ਡੁੱਬੀ ਰਹਿੰਦੀ ਸੀਰਤ ਦੀਆਂ ਯਾਦਾਂ ਦੇ ਗਹਿਰੇ ਸਮੁੰਦਰ 'ਚ। ਕਦੇ ਦੀਦੀ ਦਮੋਂ ਤੇ ਕਦੀ ਸੱਸੀ ਨੂੰ ਯਾਦ ਕਰਕੇ। ਦੀਦੀ ਰਹਿੰਦੀ ਗਾਲਦੀ। ਉਹ ਭੋਰਾ ਵਸਾ ਨਾ ਖਾਂਦੀ ਸੁੱਚੇ ਦਾ, ਜਿਸ ਨੇ ਔਰਤ ਪਿੱਛੇ ਮਾਰਤਾ ਆਪਣਾ ਇੱਕੋ ਇੱਕ ਜਵਾਨ ਮੁੰਡਾ, ਜਿਹਦੇ ਦੁੱਖੋਂ ਮਰੀਆਂ ਦੀਦੀ ਤੇ ਸੱਸੀ। ਉਹ ਹੋਰ ਕੀ ਨਹੀਂ ਕਰ ਸਕਦਾ ਭਲਾ। ਕਦੇ ਬਰੀਕੀ ਨਾਲ ਸੋਚਦੀ ਗੰਭੀਰ ਹੋ ਕੇ, ਸੀਰਤ ਮਿਲਿਆ ਨਹੀਂ, ਇਸ ਰਾਖਸ਼ ਬਾਰੇ ਸੋਚਣਾ ਵੀ ਪਾਪ। ਹੁਣ ਭਵਿੱਖ ਕੀ ਹੋਊ ਮੇਰਾ। ਉਹ ਕੰਬ ਜਾਂਦੀ। ਸਾਹ ਬੰਦ ਹੋਣ ਲੱਗਦਾ ਭੈ ਨਾਲ। ਇੰਜ ਚਿਤਵਦੀ ਆਪੇ ਨੂੰ ਜਿਵੇਂ ਉਹ ਖੰਭ ਕੱਟੀ ਘੁੱਗੀ ਹੋਵੇ, ਜੋ ਨਾ ਆਜ਼ਾਦ ਉੱਡ ਸਕਦੀ ਹੈ ਨਾ ਮਰ ਸਕਦੀ ਹੈ। ਥਾਂ ਤੇ ਬੈਠੀ ਬੋਲ ਜ਼ਰੂਰ ਸਕਦੀ ਹੈ। ਉਹ ਕਿਧਰੇ ਸੈੱਟ ਹੁੰਦੀ ਨਾ ਲੱਗਦੀ। ਮਹਾਸ਼ਾ ਬਰਾਦਰੀ 'ਚ ਜਾਣਾ ਪਸੰਦ ਨਾ ਕਰਦੀ। ਕੋਈ ਮੂੰਹ ਮੱਥਾ ਲੱਗਦਾ ਪੜ੍ਹਿਆ ਤੇ ਨੌਕਰੀ ਵਾਲਾ ਮੁੰਡਾ ਮਾਸ਼ਿਆਂ 'ਚੋਂ ਮਿਲਣਾ ਬੜਾ ਔਖਾ। ਇੰਨੀਆਂ ਸਹੂਲਤਾਂ, ਇੰਨੀ ਆਜ਼ਾਦੀ ਮਿਲਣੀ ਮੁਸ਼ਕਲ।
ਜੱਟਾਂ ਨਾਲ ਤਾਂ ਕਰਦੀ ਡਾਢੀ ਨਫ਼ਰਤ, ਵਿਆਹ ਤੋਂ ਪਹਿਲਾਂ ਹੀ ਡਰ ਟੁੱਟ ਜਾਣ ਦਾ। ਦਮੋ ਦੀ ਮਿਸਾਲ ਉਹਦੇ ਸਾਹਮਣੇ ਦਮੋ ਨੇ ਖੁਦ ਦੱਸਿਆ ਸੀ ਸਾਰੀ ਹਕੀਕਤ ਦਾ ਵੇਰਵਾ। ਕਿਵੇਂ ਦਿੱਤੀ ਬਣਾ ਕੇ ਕਰੋੜਾਂ ਦੀ ਜਾਇਦਾਦ। ਸੁੱਚੇ ਨੇ ਕਰਵਾ ਲਿਆ ਸਭ ਕੁਝ ਆਪਣੇ ਨਾਂ। ਦੀਦੀ ਨੂੰ ਗੁੱਤੋਂ ਫੜਿਆ, ਮਾਰਿਆ, ਮੇਰੇ ਨਾਲ ਵਿਆਹ ਲਈ ਕੀਤਾ ਮਜਬੂਰ। ਹੁਣ ਉਹੀ ਸਾਰੀ ਸੰਪਤੀ ਮੇਰੇ ਨਾਲ। ਐਸਾ ਬਦਲਾ ਲਊਂ ਇਸ ਹਰਾਮੀ ਤੋਂ, ਜ਼ਮਾਨਾ ਯਾਦ ਕਰੇਗਾ। ਮੇਰਾ ਸੀਰਤ ਵੀ ਖੋਹ ਲਿਆ ਮੇਰੇ ਕਰਕੇ। ਸੀਰਤ ਦੀ ਯਾਦ ਆਸਰੇ ਵੀ ਅੱਗੇ ਨਹੀਂ ਤੁਰਨਾ ਸੀ ਜੀਵਨ ਨੇ। ਯਾਦਾਂ ਦੇ ਇਹਨਾਂ ਬਾਬ ਰੋਲਿਆਂ ਚੋਂ ਇੱਕ ਹੁਸੀਨ ਚਿਹਰਾ ਉੱਭਰਿਆ, ਬਲਰਾਜ ਮੁਹੰਮਦ ਦਾ। ਗੁੱਜਰਾਂ ਦਾ ਇਹ ਮੁੰਡਾ ਪੜ੍ਹਦਾ ਹੁੰਦਾ ਰਿਹਾ ਉਸ ਨਾਲ BA ਤੱਕ। ਹੁਣ ਟੀਚਰ ਲੱਗਾ ਹੋਇਆ, MA BEd ਕਰਕੇ। ਰੇਖਾ ਦਾ ਕਦੇ ਆਸ਼ਕ ਰਿਹਾ ਹੁੰਦਾ। ਸੋਚਦੀ ਉਹਨੂੰ ਮਿਲਦੀਆਂ, ਸ਼ਾਇਦ ਕੋਈ ਹੱਲ ਨਿਕਲ ਹੀ ਆਵੇ। ਅਜੇ ਤੱਕ ਹੈ ਵੀ ਕੁਆਰਾ ਹੀ। ਮੁਸਲਮਾਨ ਏ ਤਾਂ ਕੀ ਪੈਂਦਾ ਫਰਕ, ਸੱਚੇ ਦਿਲ ਵਾਲਾ ਮਰਦ ਤਾਂ ਹੈ ਨਾ। ਕਦੇ ਪਾਗਲ ਹੋਇਆ ਰਿਹਾ ਮੇਰੇ ਤੇ ਸੁੱਚਾ ਹੁਣ ਜ਼ੋਰ ਪਾਉਣ ਲੱਗਾ। ਤਣਾਵਾਂ ਤੋੜਵਾਂ ਸਤੀ ਪਈ। ਰੇਖਾ ਵੀ ਦਿੰਦੀ ਜਵਾਬ ਅੰਨਾ ਜਿਹਾ। ਆਖਦੀ ਅਜੇ ਕੀ ਕਾਹਲੀ ਆ, ਮੇਰੀ ਨੌਕਰੀ ਲੱਗ ਜਾਏ ਫਿਰ ਕੁਝ ਸੋਚਾਂਗੇ। ਚਲਾ ਜਾਂਦਾ ਸੁੱਚਾ ਬੁੜਬੁੜ ਕਰਦਾ। ਰੇਖਾ ਨਿੱਤ ਭਜਾਈ ਰੱਖਦੀ ਕਾਰ। ਸੁੱਚਾ ਰੋਕ ਟੋਕ ਵੀ ਨਾ ਕਰ ਸਕਦਾ। ਉਹ ਤੜਕੇ ਜਾ ਕੇ ਅੱਧੀ ਰਾਤੀ ਆਉਂਦੀ, ਕਦੇ ਆਉਂਦੀ ਹੀ ਨਾ। ਕਈ ਦਿਨ ਜੇ ਕਦੇ ਸੁੱਚਾ ਪੁੱਛ ਵੀ ਲੈਂਦਾ, ਆਖਦੀ ਮੈਂ ਨੌਕਰੀ ਲਈ ਜਾਂਦੀ ਹਾਂ, ਵਾਰਾਗਰਦੀ ਨਹੀਂ ਕਰਦੀ। ਮਾਰਚ ਦਾ ਮਹੀਨਾ, ਦਿਨ ਮਿੱਠੇ ਮਿੱਠੇ, ਰਾਤਾਂ ਸ਼ਹਿਦ ਭਰੀਆਂ, ਚੁੱਪ ਜਿਹਾ ਮੌਸਮ। ਗਾੜੀ ਧੁੰਦ 'ਚ ਗਵਾਚ ਜਾਂਦਾ ਪ੍ਰਭਾਤ ਵੇਲਾ। ਪਿਘਲ ਜਾਂਦੀ ਜਵਾਨੀ ਬੁੱਕਲਾਂ ਦੇ ਨਿੱਘ 'ਚ। ਨਵੇਂ ਲਹੂ ਦਾ ਤੁਰਨਾ, ਜੁੱਸੇ ਲਿਸ਼ਕਦੇ ਰੰਗਾਂ ਦਾ ਮੇਲਾ। ਚਾਰੇ ਪਾਸੇ ਮਹਿਕਾਂ ਤੇ ਖੁਸ਼ਬੂਆਂ। ਕਣਕਾਂ ਦਾ ਹੋ ਗਿਆ ਰੰਗ ਸੁਨਹਿਰੀ। ਸਵੇਰ ਤੋਂ ਸ਼ਾਮਾਂ ਹੁੰਦੀਆਂ ਠੰਡੀਆਂ। ਦੁਪਹਿਰ ਨੂੰ ਧੁੱਪਾਂ ਲਿਸ਼ਕਦੀਆਂ, ਮੁੜਕਾ ਆਉਂਦਾ, ਜੁੱਸੇ ਖੁੱਲ੍ਹਦੇ। ਸੁੱਚਾ ਕੈਦੀਆਂ ਵਾਂਗ ਰਹਿ ਰਿਹਾ ਆਪਣੇ ਕਮਰੇ 'ਚ। ਰੋਟੀ ਤੇ ਦਾਰੂ ਆਉਂਦੇ ਚੌਂਕ 'ਚੋਂ। ਡੈਰੀ ਦੀ ਆਮਦਨ ਅਜੇ ਉਸ ਕੋਲ ਹੁੰਦੀ। ਹਰ ਵੇਲੇ ਇਹੀ ਸੋਚਦਾ, ਸਾਰੀ ਜਾਇਦਾਦ ਕਰਵਾ ਕੇ ਆਪਣੇ ਨਾਂ ਹੁਣ ਭੁੱਲ ਹੀ ਗਈ ਏ। ਵਿਆਹ ਦੀ ਸ਼ਰਤ ਨੇੜੇ ਨਹੀਂ ਪਟਕਣ ਦਿੰਦੀ ਹਰਾਮਜ਼ਾਦੀ ਮਾਸ਼ੀ। ਪਾਗਲ ਤਾਂ ਮੈਂ ਹੋਇਆ, ਦੋਵੇਂ ਹੱਥ ਵੱਢ ਕੇ ਦੇ ਤੇ ਕਚੀਚੀਆਂ ਵੱਟਦਾ ਗੁੱਸੇ ਨਾਲ। ਇੱਕ ਦਿਨ ਬੇਕਾਬੂ ਹੋ ਗਏ ਉਹਦਾ ਰੋਹ ਤੇ ਗੁੱਸਾ। ਕਿਚਨ 'ਚ ਖੜੀ ਰੇਖਾ ਨੂੰ ਲੈ ਗਿਆ ਧੂ ਕੇ ਅੰਦਰ। ਕੁੜੀ ਨੇ ਸਮਝਾਇਆ ਵਰਜਿਆ, ਉਹ ਨਹੀਂ ਟਲਿਆ, ਸਗੋਂ ਹੂਰਾ ਮਾਰਿਆ ਰੇਖਾ ਦੀ ਵੱਖੀ 'ਚ, ਕੱਪੜੇ ਪਾੜਤੇ। ਚੜਿਆ ਗੁੱਸਾ ਰੇਖਾ ਨੂੰ। ਗੋਡੇ ਗਿੱਟੇ ਚੰਗੇ ਸੇਕੇ, ਮਾਰ ਸੀਰਤ ਵਾਲੀਆਂ ਹਾਕੀਆਂ। ਸੁੱਚਾ ਤਾਂ ਅੰਦਰੋਂ ਹੁੰਦਾ ਖੋਖਾ। ਤਰਲੇ ਮਿੰਨਤਾਂ ਕਰਕੇ ਮਸੀਂ ਛੁੱਟਿਆ। ਕੁੜੀ ਨੇ ਲਾਈ ਡਟ ਕੇ ਝੁੱਟੀ। ਰੇਖਾ ਨੇ ਅੰਦਰਲੇ ਘਰ ਦੀਆਂ ਚਾਬੀਆਂ ਸੁੱਚੇ ਅੱਗੇ ਸੁੱਟ ਕੇ ਆਖਿਆ ਬੜੇ ਰੋਹ, ਗੁੱਸੇ ਤੇ ਨਫ਼ਰਤ ਨਾਲ, ਜਾ ਚਲਾ ਜਾ ਅੰਦਰਲੇ ਘਰ। ਉਹ ਵੀ ਉਂਝ ਮੇਰਾ ਹੈ, ਆਪਣੀ ਪਕਾ ਕੇ ਖਾ। ਭੁੱਲ ਕੇ ਵੀ ਨੇੜੇ ਨਹੀਂ ਆਉਣਾ ਕੋਠੀ ਦੇ। ਸਾਰੀ ਜਾਇਦਾਦ ਦੀ ਮਾਲਕ ਹੁਣ ਮੈਂ ਆ। ਜਿਵੇਂ ਕੀਤਾ ਤੂੰ ਧੋਖਾ ਦੀਦੀ ਨਾਲ, ਉਸੇ ਤਰ੍ਹਾਂ ਹੀ ਕਰ ਲਿਆ ਮੈਂ, ਹਿਸਾਬ ਬਰਾਬਰ। ਤਾਈ ਪਿਆਰੀ ਤਾਂ ਕਰ ਗਈ ਹੋਈ ਚਲਾਣਾ, ਸਾਲ ਹੋ ਗਿਆ। ਪਲ ਦੀ ਪਲ ਤੜਫ ਉੱਠਿਆ ਸੁੱਚਾ, ਪਰ ਖੁਦ ਵਢਵਾ ਚੁੱਕਾ ਸੀ ਆਪਣੇ ਹੱਥ। ਹੁਣ ਨਹੀਂ ਕਰ ਸਕਦਾ ਹੁੰਦਾ ਕੁਝ ਵੀ। ਉਹ ਸੁੱਟ ਕੇ ਜ਼ਿੰਦਗੀ ਹਾਲਾਤ ਦੇ ਸਮੇਂ ਦੇ ਪੈਰਾਂ 'ਚ ਗੁੰਮਸੁੰਮ ਹੋ ਗਿਆ। ਚਾਬੀਆਂ ਫੜ ਕੇ ਨੀਵੀਂ ਪਾਈ ਚਲਾ ਗਿਆ, ਲੰਗ ਮਾਰਦਾ, ਹਾਏ ਹਾਏ ਕਰਦਾ। ਡੈਰੀ ਨੂੰ ਵੀ ਜੰਦਰਾ ਲਾਤਾ ਰੇਖਾ ਨੇ। ਉਹ ਅੱਡਾ ਵੀ ਖੁੱਸ ਗਿਆ ਸੁੱਚੇ ਦਾ, ਨਾਲ ਗਏ ਨੋਟ ਵੀ। ਕੁਝ ਦਿਨ ਪਿੱਛੋਂ ਇਹ ਵੀ ਸੁਣ ਲਿਆ ਵਿਆਹ ਕਰਵਾ ਲਿਆ ਇਹ ਰੇਖਾ ਨੇ ਇੱਕ ਟੀਚਰ ਲੱਗੇ ਮੁਸਲਮਾਨ ਗੁੱਜਰ ਮੁੰਡੇ ਨਾਲ। ਸੁੱਚਾ ਹੋਰ ਲੂਸ ਗਿਆ ਹਿਰਖ ਦੇ ਭਾਂਬੜ 'ਚ। ਵਿਆਹ ਦੀ ਰੀਝ ਮਰ ਮੁੱਕ ਗਈ। ਇਹਨਾਂ ਦਿਨਾਂ 'ਚ ਸੋਚਦਾ ਸਿਰਫ ਔਰਤ ਬਾਰੇ। ਉਹਦਾ ਅੰਗ ਲੋਚਦਾ ਔਰਤ ਨੂੰ। ਉਹਦੇ ਸਰੀਰਕ ਜਗਰਾਫੀਏ 'ਚ ਬੁਰੀ ਤਰ੍ਹਾਂ ਉਲਝਿਆ ਰਹਿੰਦਾ। ਵੱਡੇ ਹੋਟਲਾਂ 'ਚ ਕਰਨ ਵਾਲਾ, ਰਾਤਾਂ ਰੰਗੀਨ, ਦਰਜਨਾਂ ਕੁੜੀਆਂ ਜਿੱਥੇ ਫਿਰਦੀਆਂ ਹੁੰਦੀਆਂ ਆਸੇ ਪਾਸੇ। ਤੇ ਹੁਣ ਉਹਦੇ ਦਿਮਾਗ 'ਚ ਭਰਦੀ ਗਈ ਵਾਸਨਾ ਦੀ ਤੇਜ਼ਾਬੀ ਧੁੰਦ। ਯਾਦਾਂ ਰਾਹੀਂ ਲੱਗਦੇ ਰਹੇ ਝਟਕੇ ਹਕੀਕਤ ਦੇ ਦਿਮਾਗ ਨੂੰ। ਮਾਨਸਿਕਤਾ ਗਈ ਵਿਗੜਦੀ। ਇੱਕ ਦਿਨ ਖੇਤਾਂ ਵੱਲ ਗਿਆ, ਵੇਖ ਆਇਆ ਰੇਖਾ ਨੂੰ। ਉਹਨੇ ਵਿਆਹ ਦਾ ਸ਼ਗਨਾਂ ਵਾਲਾ ਪਾਇਆ ਸੂਟ, ਸੂਹਾ ਅਰਕਾਂ ਤੱਕ ਲਾਲ ਚੂੜਾ ਅਜੀਬ ਸੁੰਦਰਤਾ ਪ੍ਰਦਾਨ ਕਰਦਾ। ਗਲ 'ਚ ਮੋਟੀ ਚੇਨੀ ਸੋਨੇ ਦੀ ਪੀਲੀ ਹੋਈ ਛਾਪਾਂ ਛੱਲਿਆਂ ਨਾਲ। ਉਹ ਸੜ ਬਲ ਗਿਆ ਵੇਖ ਕੇ। ਕੋਠੀਆਂ ਪਲਾਟਾਂ ਵਾਲੇ ਦੀ ਹਾਲਤ ਬੰਜਰ ਸੀ ਬੜੀ, ਪੈਂਚਰ ਵੀ ਨਾ ਲਾਉਣ ਜੋਗੀ। ਉਸੇ ਸ਼ਾਮ ਹੋ ਗਿਆ ਬੜਾ ਬੇਚੈਨ ਸਰੀਰਕ ਭੁਗਤ। ਰੇਖਾ ਆਈ ਯਾਦ। ਹਵਸ ਨੇ ਮਾਰਿਆ ਉਬਾਲਾ, ਚੜ ਗਿਆ ਸੈਕਸ ਦਿਮਾਗ ਨੂੰ। ਕਈ ਨਸ਼ੇ ਕਰਕੇ ਨਿਕਲਿਆ ਘਰੋਂ ਬਾਹਰ। ਰਾਹ 'ਚ ਪੈਂਦਾ ਉਹਦਾ ਘਰ। ਮਾਂ ਦੇ ਮਰਨ ਪਿੱਛੇ ਉਹ ਕਦੇ ਵੀ ਘਰ ਨਹੀਂ ਗਿਆ। ਸ਼ਾਮ ਦੇ ਚਿਹਰੇ ਤੇ ਫਿਰ ਗਿਆ ਪੇਤਲਾ ਹਨੇਰਾ। ਉਹ ਪਲ ਦੀ ਪਲ ਖੜਾ ਰਿਹਾ ਚੌਂਕ 'ਚ, ਫਿਰ ਤੁਰ ਪਿਆ ਪੱਕੀ ਸੜਕ ਵੱਲ। ਇੱਕ ਪਾਸੇ ਬੱਚੇ ਹੁੰਦੇ ਖੇਡਦੇ, ਪਤਾ ਨਹੀਂ ਕੀ ਸੋਚ ਆਈ, ਤੇਜ਼ੀ ਨਾਲ ਫੜ ਲਿਆ ਇੱਕ 2-3 ਸਾਲ ਦੀ ਬੱਚੀ ਨੂੰ। ਉਹ ਡੁਸਕਣ ਲੱਗੀ, ਕਹਿੰਦਾ ਟੌਫੀਆਂ ਦਿਨਾਂ ਲੈ ਕੇ, ਨਾਲੇ ਤੇਰੇ ਮੰਮੀ ਪਾਪਾ ਉਹ ਬੈਠੇ ਸੜਕੋਂ ਪਾਰ। ਸਹਿਮੀ ਕੁੜੀ ਵੇਖਣ ਦਾ ਯਤਨ ਕਰੇ ਮਾਂ ਬਾਪ ਨੂੰ। ਸੁੱਚਾ ਰਵਾਂ ਰਵੀ ਸੜਕ ਪਾਰ ਕਰਕੇ ਜਾ ਵੜਿਆ ਕਮਾਦ ਦੀ ਇੱਕ ਧੌੜੀ 'ਚ। ਕੁੜੀ ਨੂੰ ਫੜਦਿਆਂ ਹੀ ਦੂਜੇ ਬੱਚਿਆਂ ਜਾ ਦੱਸਿਆ
ਘਰੀ ਮਾਪਿਆਂ ਨੂੰ ਇੱਕਦਮ ਪੈ ਗਿਆ ਰੌਲਾ। ਛਵੀਆਂ ਸੋਟੇ ਲੈ ਕੇ ਭੱਜੇ ਲੋਕ ਕਮਾਦ ਵੱਲ। ਅੰਦਰੋਂ ਆਉਂਦੀਆਂ ਦਰਦਵਿੰਨੀਆਂ ਚੀਕਾਂ ਤਰਲੇ ਕਿਸੇ ਲਈ ਵੀ ਸੁਣਨੀਆਂ ਮੁਸ਼ਕਲ, ਜਿਵੇਂ ਕੋਈ ਗੰਡਾਸੇ ਨਾਲ ਵੱਢ ਟੁੱਕ ਰਿਹਾ ਹੋਵੇ ਬੱਚੇ ਨੂੰ। ਪਾਣੀ ਆ ਗਿਆ ਲੋਕਾਂ ਦੇ ਨੈਣਾਂ 'ਚ। ਲੋਕ ਆਈ ਜਾਂਦੇ, ਔਰਤਾਂ ਇੱਕ ਪਾਸੇ ਬੈਠੀਆਂ, ਮਰਦ ਥੋੜਾ ਹਟਵੇਂ ਸੜਕ ਵੱਲ। 3-4 ਮੁੰਡੇ ਕਰਕੇ ਹੌਸਲਾ ਬੜੇ। ਕਮਾਦ 'ਚ ਡਰ ਵੀ ਹੁੰਦਾ, ਸੁੱਚੇ ਕੋਲ ਹਥਿਆਰ ਹੁੰਦਾ। ਅਗਲਾ ਸੀਨ ਵੇਖਣਾ ਸਾਰਿਆਂ ਲਈ ਅਸੰਭਵ, ਔਖਾ। ਬਾਲੜੀ ਪਈ ਖੂਨ 'ਚ ਲੱਥਪੱਥ, ਗੱਲਾਂ ਨੂੰ ਮਾਰੇ ਹੋਏ ਬੁਰਕ। ਨੇੜੇ ਪਿਆ ਸ਼ਰਾਬੀ ਸੁੱਚਾ, ਬੇਹੋਸ਼ ਬੱਚੀ ਮੁੰਡੇ ਚੱਕ ਲਿਆਏ ਕਮਾਦ 'ਚੋਂ ਬਾਹਰ। ਸ਼ਿੰਦੂ ਮਾਸ਼ੇ ਦੀ ਕੁੜੀ ਹੁੰਦੀ। ਮਾਂ ਪਿਓ ਦਾ ਰੋਣ ਨਾ ਝੱਲਿਆ ਜਾਂਦਾ। ਇੱਕ ਤਰ੍ਹਾਂ ਸਾਰਾ ਪਿੰਡ ਹੀ ਕਰ ਰਿਹਾ ਸ਼ਰਮ ਮਹਿਸੂਸ। ਲਾਹਨਤਾਂ ਪਾ ਰਹੇ ਸੁੱਚੇ ਨੂੰ। ਸਾਰਾ ਪਿੰਡ ਬੈਠ ਗਿਆ ਵਿਚਾਰ ਕਰਨ, ਕੀ ਸਜ਼ਾ ਦਿੱਤੀ ਜਾਏ। ਲੋਹੇ ਦੀ ਚਾਦਰ ਵਰਗੀ ਤਣ ਗਈ ਇੱਕ ਚੁੱਪ। ਇਹਦੀਆਂ ਲੱਤਾਂ ਬਾਹਾਂ ਤੋੜ ਦਈਏ, ਜਿਹੜਾ ਉੱਠੇ ਨਾ ਸਾਰੀ ਜ਼ਿੰਦਗੀ ਮੰਜੇ ਤੋਂ। ਇੱਕ ਆਵਾਜ਼ ਆਈ, ਉਹਨੇ ਇਲਾਜ ਕਰਾ ਲੈਣਾ, ਕੋਈ ਹੋਰ ਤਰੀਕਾ ਸੋਚੋ। ਅਜੀਬ ਤੇ ਅੱਲੋਕਾਰ ਲੰਬੜਦਾਰ ਨੇ ਆਖਿਆ। ਫਿਰ ਥਾਣੇ ਲੈ ਜਾਈਏ, ਆਪੇ ਭੁਗਤੂ ਤਰੀਕਾਂ ਤੇ ਸਜ਼ਾ। ਇੱਕ ਹੋਰ ਆਵਾਜ਼, ਇਹ ਪੈਸੇ ਵਾਲਾ ਬੰਦਾ ਹੈ, ਖਰੀਦ ਲੈਣਾ ਇਸ ਪੁਲਿਸ ਨੂੰ। ਐਸਾ ਤਰੀਕਾ ਸੋਚੋ। ਬਲਾਤਕਾਰੀ ਤਰਾਸ ਕਰਨ ਸੁਣ ਕੇ ਅੱਗੋਂ ਤੋਂ ਬੰਨ ਪਵੇ ਇਸ ਗੰਦੀ ਸੋਚ ਨੂੰ। ਲੰਬੜਦਾਰ ਹੁੰਦਾ ਸਿਆਣਾ ਬਜ਼ੁਰਗ, ਰੂਹ ਤੱਕ ਪੱਛਿਆ ਪਿਆ ਸੁੱਚੇ ਦੀ ਕਰਤੂਤ ਨਾਲ। ਉਸ ਫੇਰ ਆਖਿਆ, ਮੈਂ ਐਸੀ ਸਜ਼ਾ ਚਾਹੁੰਦਾ ਕਦੇ ਕੋਈ ਸੋਚੇ ਵੀ ਨਾ ਰੇਪ ਬਾਰੇ। ਰੋਜ਼ਾਨਾ 2-2, 3-3 ਸਾਲਾਂ ਦੀਆਂ ਬਾਲੜੀਆਂ ਨਾਲ ਹੋ ਰਹੇ ਬਲਾਤਕਾਰ। ਸ਼ਰਮ ਆਉਂਦੀ ਕਰਦਿਆਂ ਗੱਲ ਵੀ। ਇੰਜ ਕਰੀਏ, ਜਿਉਂਦੇ ਨੂੰ ਸਾੜ ਦਈਏ, ਲਾ ਕੇ ਅੱਗ ਕਮਾਦ ਨੂੰ, ਰੀਣ ਹੋ ਕੇ ਮਰੇ। ਇਹ ਦਲੀਲ ਠੀਕ ਲੱਗੀ ਸਾਰਿਆਂ ਨੂੰ। ਜਗੀਰ ਸਰਪੰਚ ਵੀ ਆ ਗਿਆ। ਸੁਣ ਕੇ ਸੁੱਚੇ ਦੀ ਕਰਤੂਤ ਉਹ ਪੈਰਾਂ ਤੱਕ ਕੰਬਿਆ। ਉਸ ਕਿਹਾ, ਮੈਂ ਨਾਲ ਹਾਂ ਤੁਹਾਡੇ, ਜੋ ਮਰਜ਼ੀ ਸਜ਼ਾ ਦਿਓ। ਕੋਈ ਅਬੀ ਨਬੀ ਹੋ ਗਈ, ਸੰਭਾਲ ਲੂ ਮੈਂ ਆਪੇ। ਝੱਟ ਆ ਗਿਆ ਕੈਨ ਡੀਜ਼ਲ ਦਾ, ਮਾਚਸ ਵੀ। 2-3 ਮੁੰਡੇ ਗਏ, ਉਹਨਾਂ ਲੱਤਾਂ ਬਾਹਾਂ ਬੰਨ੍ਹਤੀਆਂ ਘੁੱਟ ਕੇ। ਅੱਗ ਕੱਢੇ, ਗਾਲਾਂ ਬੋਲੇ, ਮੰਦਾ ਆਪ ਲਾਈ ਅੱਗ ਲੰਬੜਦਾਰ ਨੇ। ਸਾਰਾ ਤੇਲ ਪਾਤਾ ਸੁੱਚੇ ਤੇ। ਸੱਪ ਦੀ ਜੀਭ ਵਰਗੀਆਂ ਲਾਟਾਂ ਅੱਗ ਦੀਆਂ ਛੂਹਣ ਲੱਗੀਆਂ ਅਸਮਾਨ ਨੂੰ। ਰੁਮਕਦੀ ਹਵਾ ਨੂੰ ਨਿਗਲ ਲਿਆ ਤੱਤੀ ਲੂ ਨੇ। ਚਾਰੇ ਪਾਸੇ ਫੈਲ ਗਿਆ ਸਲੇਟੀ ਧੂਆਂ, ਵਿੱਚ ਰਲ ਗਈ ਦੁਰਗੰਧ ਸੜੇ ਮਾਸ ਦੀ। ਕੁਝ ਭਿਆਨਕ ਆਵਾਜ਼ਾਂ ਨੇ ਹੰਗਾਲ ਸੁੱਟਿਆ ਚੌਗਿਰਦੇ ਨੂੰ। ਹਾਏ ਸੜ ਗਿਆ ਓਏ ਦਮੋ, ਸੀਰਤ ਬਚਾਓ ਓਏ ਮੈਨੂੰ। ਫਿਰ ਚੀਕਾਂ ਪੁਕਾਰਾਂ ਤੇ ਫਿਰ ਗੈਰ ਸन्नाटा। ਸੁੱਚੇ ਨੂੰ ਸੜਦਾ ਛੱਡ ਕੇ ਘਰਾਂ ਨੂੰ ਪਰਤ ਗਿਆ ਸਾਰਾ ਪਿੰਡ। ਹਰੇਕ ਚਿਹਰਾ ਡੁੱਬਾ ਸੀ ਸ਼ਰਮ 'ਚ। ਸੁੱਚੇ ਦੀ ਕਰਤੂਤ ਕਲੰਕ ਸੀ ਪਿੰਡ ਦੇ ਨਾਂ ਤੇ। ਫਿੱਕੇ ਜਿਹੇ ਚਾਨਣ ਨੇ ਡੁਬਕੀ ਲਾਈ ਅਸਮਾਨ ਦੇ ਸਾਗਰ 'ਚ। ਪਾਰੋਵਾਲ ਪਿੰਡ ਦਾ ਸਾਫ਼ ਨਹੀਂ ਸੀ ਰਿਹਾ ਅਸਮਾਨ। ਹਨੇਰਾ ਤੇ ਧੂੰਆਂ ਨਿਕਲ ਕੇ ਖੇਤਾਂ 'ਚੋਂ ਫੈਲ ਗਿਆ ਅਸਮਾਨ ਤੱਕ। ਮੱਧਮ ਪੈ ਗਈ ਲੋ ਤਾਰਿਆਂ ਦੀ। ਪਿੰਡ ਦੀਆਂ ਸਹਿਮੀਆਂ ਅੱਖਾਂ ਨੇ ਝਾਕਿਆ ਮੈਲੇ ਤਾਰਿਆਂ ਵੱਲ। ਸ਼ਾਹ ਗਾੜੇ ਹਨੇਰੇ 'ਚ ਕੌੜਾ ਧੂੰਆਂ ਫੈਲ ਗਿਆ, ਮਨ ਦੇ ਸਾਂਸਿਆਂ ਵਾਂਗ। ਖੇਤਾਂ 'ਚ ਖਿਲਰੀ ਸ਼ਾਮ ਅੱਜ ਉਦਾਸ ਸੀ, ਸ਼ਰਮਿੰਦੀ ਵੀ। ਧੰਨਵਾਦ। ਸਮਾਪਤ।